हाँ जी, वाहिगुरू जी का खालसा वाहिगुरू जी की फतेह। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਤੁਰੰਤ ਰਿਹਾਈ ਦਾ ਵਾ। ਬੇਸ਼ੱਕ ਕੇਂਦਰ ਸਰਕਾਰ ਸੰਵਿਧਾਨ ਦੇ ਆਰਟੀਕਲ 72 ਦੇ ਤਹਿਤ ਕੇਜਰੀਵਾਲ ਸਰਕਾਰ ਨੂੰ ਬਾਈਪਾਸ ਕਰਕੇ ਸਿੱਧੀ ਰਿਹਾਈ ਕਰ ਦੇ, ਜਾਂ ਕੇਜਰੀਵਾਲ ਸਰਕਾਰ ਆਰਟੀਕਲ 161 ਦੇ ਤਹਿਤ खुद आप ਜਿਹੜਾ ਰਿਹਾਈ ਦਾ ਐਲਾਨ ਕਰੇ, ਕਿਉਂਕਿ ਇਸ ਸਮੇਂ ਉਹਨਾਂ ਦੀ ਰਿਹਾਈ ਵਿੱਚ ਕੋਈ ਵੀ ਸੰਵਿਧਾਨਕ ਤੇ ਕਾਨੂੰਨੀ ਅੜਚਨ ਬਾਕੀ ਨਹੀਂ ਰਹੀ। ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤੰਬਰ 2019 ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਸੀ 8 ਬੰਦੀਆਂ ਦੀ ਰਿਹਾਈ ਦਾ, ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸੀ। ਉਸ ਨੋਟੀਫਿਕੇਸ਼ਨ ਦੇ ਵਿਰੁੱਧ ਜਿਹੜਾ ਬਿੱਟਾ ਸੀ, ਜਿਹੜਾ ਇਸ ਕੇਸ ਦਾ ਮਦਈ ਆ, ਜਿਹੜਾ ਜ਼ਖਮੀ ਹੋਇਆ ਕਿਹਾ ਜਾਂਦਾ ਵਾ, ਉਹ ਨਵੰਬਰ 2019 ਨੂੰ ਸੁਪਰੀਮ ਕੋਰਟ ਵਿੱਚ ਚਲ ਗਿਆ ਸੀ। ਸੁਪਰੀਮ ਕੋਰਟ ਨੇ ਉਹਦੇ ਉੱਤੇ 9 ਦਸੰਬਰ ਨੂੰ ਸਟੇਟਸ ਕੋ ਕਰ ਦਿੱਤਾ, ਤੇ ਜਿਹੜਾ ਸਟੇਟਸ ਕੋ ਆ ਹੁਣ 9 ਦਸੰਬਰ 1921 ਨੂੰ ਜਿਹੜਾ ਵਾ ਉਹਦੀ ਰਿਟ ਜਿਹੜੀ ਆ ਖਾਰਜ ਹੋ ਗਈ ਆ। ਹੁਣ ਕੋਈ ਵੀ ਕਾਨੂੰਨੀ ਤੇ ਸੰਵਿਧਾਨਕ ਅੜਚਨ ਨਹੀਂ। ਅਸੀਂ ਕੇਜਰੀਵਾਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹ ਇਹ ਗੱਲ ਸਪਸ਼ਟ ਕਰੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਭੁੱਲਰ ਦੀ ਰਿਹਾਈ ਲਈ 9 ਦਸੰਬਰ 2021 ਤੋਂ ਬਾਅਦ ਹੁਣ ਤੱਕ ਕਿਹੜੀ ਅੜਚਨ ਆ ਜਿਹਦੇ ਤਹਿਤ ਉਹਨਾਂ ਨੇ ਇਹ ਕੇਸ ਜਿਹੜਾ ਫਾਈਲ ਦੇ ਉੱਤੇ ਸਾਈਨ ਨਹੀਂ ਕੀਤਾ। ਕਿਉਂਕਿ ਜਿਹੜੀਆਂ ਰਿਪੋਰਟਾਂ ਸੀ, ਸੋਸ਼ਲ ਰਿਪੋਰਟ ਉਹ ਵੀ ਚੱਲ ਗਈ, ਮੈਡੀਕਲ ਰਿਪੋਰਟ ਵੀ ਚੱਲ ਗਈ, ਜੇਲ੍ਹ ਰਿਪੋਰਟ ਵੀ ਚੱਲ ਗਈ, ਪੁਲਿਸ ਰਿਪੋਰਟ ਵੀ ਚੱਲ ਗਈ। ਸਾਰਿਆਂ ਨੇ ਹੀ ਉਹਦੇ ਵਿੱਚ ਸਿਫਾਰਿਸ਼ ਕੀਤੀ ਆ ਉਹਦੀ ਰਿਹਾਈ ਦੀ। ਜਦੋਂ ਰਿਹਾਈ ਦੀ ਸਿਫਾਰਿਸ਼ ਕਰ ਦਿੱਤੀ ਆ, ਫਿਰ ਕਿਹੜੀ ਕਾਨੂੰਨੀ ਅੜਚਨ ਆ, ਚਾਹੇ ਕੀ ਕਾਰਨ ਆ, ਕੀ ਵੋਟ ਨੀਤੀ ਆ ਉਹਦੇ ਪਿੱਛੇ, ਜਾਂ ਦੇਸ਼ ਭਗਤੀ ਦਾ ਪ੍ਰਗਟਾਵਾ ਕਰਨ ਦਾ ਯਤਨ ਕੀਤਾ ਜਾ ਰਿਹਾ, ਜਾਂ ਸਿੱਖਾਂ ਦੇ ਨਾਲ ਵੈਰ ਭਾਵਨਾ ਈਰਖਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ, ਜਾਂ ਸਿੱਖਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਇਹ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ, ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਇੱਕ ਟੈਰੋਰਿਸਟ ਹੀ ਅਜੇ ਤੱਕ ਮੰਨਿਆ ਜਾ ਰਿਹਾ। ਇਹ ਗੱਲਾਂ ਸਾਰੀਆਂ ਉਹ ਸਪਸ਼ਟ ਕਰੇ। ਤੇ ਨਾਲ ਹੀ ਮੋਦੀ ਸਰਕਾਰ ਨੂੰ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ 2019 ਦੇ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਖੁਦ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਸੀ, ਤੇ ਫਿਰ ਤੁਸੀਂ ਸੰਵਿਧਾਨ ਦੇ ਆਰਟੀਕਲ 72 ਦੇ ਤਹਿਤ ਜੇ ਕੇਜਰੀਵਾਲ ਸਰਕਾਰ ਡਿਲੇ ਕਰ ਰਿਹਾ, ਤੇ ਤੁਸੀਂ ਉਹਨੂੰ ਬਾਈਪਾਸ ਕਰਕੇ ਤੇ ਇਹ ਕਿਉਂ ਨਹੀਂ ਕਰ ਰਹੇ ਰਿਹਾਈ ਜਿਹੜੀ ਆ? ਕਿਉਂਕਿ ਪ੍ਰੋਫੈਸਰ ਸਾਹਿਬ ਜਿਹੜਾ ਵਾ ਉਹ 1994 ਤੋਂ ਜੇਲ੍ਹ ਦੇ ਵਿੱਚ ਬੰਦ ਆ। ਤੇ ਇਹ ਨਾਲ ਹੀ ਮੈਂ ਇਹ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਪ੍ਰੈਸ ਦੇ ਰਾਹੀਂ ਪੂਰੇ ਸਿੱਖ ਜਗਤ ਨੂੰ, ਖਾਸ ਕਰਕੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਨੂੰ, ਕਿ ਇੱਕ ਤੇ ਕੇਸ ਹੁੰਦਾ ਰੇਅਰ ਟੂ ਰੇਅਰੈਸਟ, ਜਿਹਦੇ ਵਿੱਚ ਅਦਾਲਤ ਫਾਂਸੀ ਦੀ ਸਜ਼ਾ ਸੁਣਾਉਂਦੀ ਆ, ਪਰ ਇਹ ਦੂਜੇ ਨੁਕਤੇ ਦੇ ਨਾਲ ਰੇਅਰ ਟੂ ਰੇਅਰੈਸਟ ਕੇਸ ਆ, ਕਿਉਂਕਿ ਇਹਦੇ ਵਿੱਚ ਸਰਕਾਰ ਦੇ ਤਿੰਨਾਂ ਹੀ ਅੰਗਾਂ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੇ ਕਾਨੂੰਨ ਦੀ ਉਲੰਘਣਾ ਕਰਕੇ, ਕਾਨੂੰਨ ਦਾ ਵਿਰੋਧ ਕਰਕੇ ਇੱਕ ਫੈਸਲਾ ਸੁਣਾਇਆ ਵਾ, ਸਾਰੀ ਕਾਰਵਾਈ ਕੀਤੀ ਆ। ਉਹਦੇ ਬਾਰੇ ਮੈਂ ਸਪਸ਼ਟ ਕਰਦਿਆਂ ਕਿਵੇਂ ਪ੍ਰੋਫੈਸਰ ਸਾਹਿਬ ਨੂੰ ਡਿਪੋਰਟ ਕੀਤਾ ਗਿਆ ਸੀ, ਜਰਮਨ ਸਰਕਾਰ ਨੇ ਕੀਤਾ ਸੀ। ਉੱਥੇ ਜਿਹੜਾ ਵੀ ਮੁਲਕ ਕਿਸੇ ਨੂੰ ਡਿਪੋਰਟ ਕਰਦਾ, ਜਿਹੜੀ ਸਜ਼ਾ ਉਸ ਮੁਲਕ ਦੇ ਵਿੱਚ ਨਹੀਂ, ਉਹ ਜਿੱਥੇ ਉਹਨੂੰ ਭੇਜਿਆ ਜਾਂਦਾ ਉੱਥੇ ਉਹ ਸਜ਼ਾ ਨਹੀਂ ਸੁਣਾਈ ਜਾਂਦੀ। ਪਰ ਇੱਥੇ ਟਾਡਾ ਐਕਟ ਦੇ ਤਹਿਤ ਇੱਕ ਜਿਹੜੀ ਫੇਕ ਜਿਹੜੀ ਉਹਦੀ ਡਿਸਕਲੋਜ਼ਰ ਸਟੇਟਮੈਂਟ ਸੀ, ਕਨਫੈਸ਼ਨ ਸਟੇਟਮੈਂਟ, ਡਿਸਕਲੋਜ਼ਰ ਨਹੀਂ ਕਨਫੈਸ਼ਨ ਸਟੇਟਮੈਂਟ, ਜਿਹਦੇ ਉੱਤੇ ਉਹਦਾ ਅੰਗੂਠਾ ਲੱਗਾ ਵਾ ਪ੍ਰੋਫੈਸਰ ਸਾਹਿਬ ਦਾ,
ਹੁਣ ਇਹ ਨੁਕਤਾ ਵੇਖਣਾ ਚਾਹੀਦਾ ਸੀ। ਬੇਸ਼ੱਕ ਜਿਹੜੀ ਡੈਜ਼ਿਗਨੇਟਡ ਕੋਰਟ ਸੀ, ਸਪੈਸ਼ਲ ਟਾਡਾ ਕੋਰਟ ਸੀ, ਉਹਨੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਅੱਗੇ ਸੁਪਰੀਮ ਕੋਰਟ ਨੇ ਇਹ ਨੁਕਤਾ ਵੇਖਣਾ ਸੀ ਕਿ 133 ਗਵਾਹਾਂ ਦੇ ਵਿੱਚੋਂ ਜਦੋਂ ਉਹਦੇ ਵਿਰੁੱਧ ਇੱਕ ਵੀ ਗਵਾਹ ਨੇ ਗਵਾਹੀ ਨਹੀਂ ਦਿੱਤੀ, ਤੇ ਫਿਰ ਇਹ ਜਿਹੜੀ ਉਹਦੀ ਕਨਫੈਸ਼ਨ ਸਟੇਟਮੈਂਟ ਆ ਉਹ ਸਹੀ ਆ ਜਾਂ ਗਲਤ ਆ, ਕਿਉਂਕਿ ਉਹਦੇ ਉੱਤੇ ਅੰਗੂਠਾ ਲੱਗਾ ਵਾ, ਉਹ ਟਾਈਪ ਕੀਤੀ ਆ। ਤੇ ਪ੍ਰੋਫੈਸਰ ਸਾਹਿਬ ਇੱਕ ਅਨਪੜ੍ਹ ਨਹੀਂ ਸੀ ਕਿ ਜਿਨ੍ਹਾਂ ਦਾ ਅੰਗੂਠਾ ਉਹ ਉੱਥੇ ਅੰਗੂਠਾ ਲਾਉਂਦੇ, ਉੱਥੇ ਆਪਣੇ ਸਾਈਨ ਨਾ ਕਰਦੇ। ਇਹ ਨੁਕਤਾ ਵੇਖਣਾ ਚਾਹੀਦਾ ਹੈ। ਇਹ ਨੁਕਤੇ ਨੂੰ ਸੁਪਰੀਮ ਕੋਰਟ ਨੇ ਅੱਖੋਂ ਪਰੋਖੇ ਕੀਤਾ। ਇਸ ਕਰਕੇ ਇਸ ਖਾਲਸਾਈ ਨਜ਼ਰੀਏ ਦੇ ਨਾਲ ਇਹ ਰੇਅਰ ਟੂ ਰੇਅਰੈਸਟ ਕੇਸ ਅਸੀਂ ਮੰਨਿਆ, ਕਿਉਂਕਿ ਜਿੱਥੇ ਸਜ਼ਾ ਬਣਦੀ ਨਹੀਂ ਸੀ ਉੱਥੇ ਸਜ਼ਾ ਸੁਣਾ ਦਿੱਤੀ ਗਈ। ਤੇ ਦੂਜੀ ਗੱਲ, ਸੁਪਰੀਮ ਕੋਰਟ ਦਾ ਜਿਹੜਾ ਬੈਂਚ ਬੈਠਾ ਸੀ 3 ਮੈਂਬਰੀ ਬੈਂਚ, ਜਿਹੜਾ ਮੁੱਖ ਜੱਜ ਸੀ ਸ਼ਾਹ, ਉਹਨੇ ਸਾਫ਼ ਬਰੀ ਕੀਤਾ ਸੀ। ਲੇਕਿਨ ਜਿਹੜੇ ਦੂਜੇ 2 ਜੱਜ ਸਨ ਸ੍ਰੀ ਅਗਰਵਾਲ ਤੇ ਇੱਕ ਜਿਹੜਾ ਉਪਾਧਿਆ, ਉਹ ਜਿਹੜੇ ਸੀ ਉਹਨਾਂ ਦੋਵਾਂ ਨੇ ਜਿਹੜੀ ਆ ਸਜ਼ਾਏ ਮੌਤ ਬਰਕਰਾਰ ਰੱਖੀ, ਕਿਉਂਕਿ ਕਾਨੂੰਨੀ ਨੁਕਤੇ ਅਨੁਸਾਰ ਬਹੁਮਤ ਦਾ ਫੈਸਲਾ ਜਿਹੜਾ ਉਹ ਮੰਨਿਆ ਜਾਂਦਾ। ਇਸ ਕਰਕੇ ਜਿਹੜਾ ਮੁੱਖ ਜੱਜ ਸੀ ਉਸ ਬੈਂਚ ਦਾ, ਉਹਨੇ ਸਾਫ਼ ਬਰੀ ਕੀਤਾ ਸੀ। ਇਹ ਇੱਕ ਤੇ ਹੁੰਦਾ ਨਾ ਕਿ ਉਹਦੀ ਸਜ਼ਾਏ ਮੌਤ ਨੂੰ ਉਮਰ ਕੈਦ ਵਿੱਚ ਬਦਲਦਾ। ਇਹ ਅੱਗੇ ਰੇਅਰ ਟੂ ਰੇਅਰੈਸਟ ਕੇਸ ਕਿਉਂ ਆ? ਕਿਉਂਕਿ ਰਾਸ਼ਟਰਪਤੀ ਨੇ ਵੀ ਇਹ ਕਨਫਰਮ ਕਰ ਦਿੱਤੀ ਇਹ ਸਜ਼ਾ, ਜਦੋਂ ਕਿ ਰਾਸ਼ਟਰਪਤੀ ਦੇ ਸਾਹਮਣੇ ਜਿਹੜੀ ਲਾਈ ਜਾਂਦੀ ਆ ਰਿਟ ਪਟੀਸ਼ਨ, ਉਹ ਬੇਸ਼ੱਕ ਉਹਨੂੰ ਸੰਵਿਧਾਨਕ ਤੌਰ ਦੇ ਉੱਤੇ ਰਹਿਮ ਦੀ ਅਪੀਲ ਦਾ ਦਰਜਾ ਦਿੱਤਾ ਗਿਆ, ਲੇਕਿਨ ਉਹਦਾ ਅਰਥ ਕੀ ਹੁੰਦਾ ਕਿ ਤੁਹਾਡੀ ਨਿਆਂਪਾਲਿਕਾ ਨੇ ਗਲਤ ਫੈਸਲਾ ਦਿੱਤਾ ਵਾ, ਇਸ ਫੈਸਲੇ ਨੂੰ ਠੀਕ ਕਰੋ। ਤੇ ਉਹਨੂੰ ਵੇਖਣਾ ਚਾਹੀਦਾ ਸੀ। ਉਹਦੇ ਵਿੱਚ ਉਹਨੂੰ 5 ਨੁਕਤੇ ਵਿਚਾਰਨੇ ਚਾਹੀਦੇ ਸੀ। ਇੱਕ ਕੀ ਇਹਦੇ ਵਿਰੁੱਧ ਜਿੰਨੇ ਗਵਾਹ ਸੀ, ਪਬਲਿਕ ਵਿਟਨੈਸ ਜਾਂ ਹੋਰ ਜਿੰਨੇ ਵੀ ਗਵਾਹ ਸੀ, ਉਹਨਾਂ ਵਿੱਚੋਂ ਕਿਸੇ ਗਵਾਹ ਨੇ ਕੋਈ ਗਵਾਹੀ ਦਿੱਤੀ ਆ? ਦੂਜਾ, ਉਹ ਵੇਖਣਾ ਚਾਹੀਦਾ ਹੈ ਕਿ ਇਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਆ ਉਹ ਠੀਕ ਆ ਜਾਂ ਗਲਤ ਆ। ਤੀਜਾ ਨੁਕਤਾ ਇਹ ਵੇਖਣਾ ਚਾਹੀਦਾ ਸੀ ਕਿ ਉਸ ਕਨਫੈਸ਼ਨ ਸਟੇਟਮੈਂਟ ਦੇ ਵਿੱਚ ਜਿਹੜੇ 2 ਅਕਿਊਜ਼ਡ ਹਰਨੇਕ ਸਿੰਘ ਭੱਪ ਤੇ ਭਾਈ ਦਇਆ ਸਿੰਘ ਲਾਹੌਰੀਆ ਜਿਹੜੇ ਸਨ, ਉਹਨਾਂ ਬਾਰੇ ਕੀ ਕੋਰਟ ਨੇ ਫੈਸਲਾ ਕੀਤਾ, ਜਦੋਂ ਕਿ ਉਹ ਸਾਫ਼ ਬਰੀ ਕੀਤੇ ਆ, ਉਹਨਾਂ ਨੂੰ ਸਜ਼ਾ ਨਹੀਂ ਹੋਈ। ਤੇ ਸਿਰਫ ਸਜ਼ਾ ਕਿਸ ਨੁਕਤੇ ਤੇ ਸੁਣਾਈ ਗਈ ਸੀ ਕਿ ਇਹ ਇੱਕ ਸਾਜ਼ਿਸ਼ ਘੜਤਾ ਵਾ, ਇਹਨੇ ਸਾਜ਼ਿਸ਼ ਘੜੀ ਆ। ਉਹ ਸਾਬਤ ਹੀ ਨਹੀਂ ਕਰ ਸਕੇ ਕਿ ਇਹ ਸਿੱਧਾ ਵਿੱਚ ਉਹ ਬਲਾਸਟ ਦੇ ਵਿੱਚ ਇਨਵਾਲਵ ਸੀ, ਜਿਹਦੇ ਵਿੱਚ ਬਿੱਟਾ ਜ਼ਖਮੀ ਹੋਇਆ ਤੇ ਕੁਝ ਬੰਦਿਆਂ ਦੀਆਂ ਮੌਤਾਂ ਵੀ ਹੋਈਆਂ। ਇਹ ਨੁਕਤੇ ਫਿਰ ਅਗਲਾ ਉਹਨੂੰ ਕੀ ਵੇਖਣਾ ਚਾਹੀਦਾ ਸੀ ਕਿ ਇਹਦੇ ਵਿੱਚ ਡਿਲੇ ਕਿੰਨਾ ਹੋ ਗਿਆ। 5ਵਾਂ ਨੁਕਤਾ ਇਹ ਵੇਖਣਾ ਚਾਹੀਦਾ ਸੀ ਕਿ ਮੈਡੀਕਲ ਰਿਪੋਰਟ ਕੀ ਆ। ਉਹਨੇ ਸਾਰੀਆਂ ਰਿਪੋਰਟਾਂ ਨੂੰ ਅੱਖੋਂ ਪਰੋਖੇ ਕਰਕੇ, ਸਾਰੇ ਨੁਕਤਿਆਂ ਨੂੰ ਅੱਖੋਂ ਪਰੋਖੇ ਕਰਕੇ ਸਜ਼ਾਏ ਮੌਤ ਕਨਫਰਮ ਕਰ ਦਿੱਤੀ। ਕਿਉਂ ਕਨਫਰਮ ਕੀਤੀ? ਕਿਉਂਕਿ ਜਿਹੜੀ ਸੈਂਟਰ ਸਰਕਾਰ ਸੀ, ਉਹਦਾ ਜਿਹੜਾ ਕਾਨੂੰਨੀ ਤੇ ਗ੍ਰਹਿ ਮੰਤਰਾਲਾ ਸੀ, ਉਹਨੇ ਇਹ ਸਿਫਾਰਿਸ਼ ਕਰਕੇ ਭੇਜ ਦਿੱਤੀ ਗਵਰਨਰ ਨੂੰ, ਪ੍ਰੈਜ਼ੀਡੈਂਟ ਨੂੰ, ਤੇ ਪ੍ਰੈਜ਼ੀਡੈਂਟ ਨੇ ਉਹ ਸਜ਼ਾਏ ਮੌਤ ਜਿਹੜੀ ਆ ਉਹ ਕਨਫਰਮ ਰੱਖੀ। ਉਸ ਤੋਂ ਬਾਅਦ ਕੀ ਹੋਇਆ ਕਿ ਕਈ ਰਿਟਾਂ ਲੱਗੀਆਂ। ਰਿਟਾਂ ਲੱਗਣ ਤੋਂ ਬਾਅਦ ਅਖੀਰ ਜਿਹੜੀ ਆਖਰੀ ਰਿਟ ਸੀ, ਉਹਦੇ ਵਿੱਚ ਮੈਡੀਕਲ ਰਿਪੋਰਟ ਨੂੰ ਮੁੱਖ ਰੱਖ ਕੇ ਤੇ ਡਿਲੇ ਨੂੰ ਮੁੱਖ ਰੱਖ ਕੇ ਜਿਹੜੀ ਆ ਸਜ਼ਾਏ ਮੌਤ ਖਤਮ ਕੀਤੀ ਗਈ, ਉਮਰ ਕੈਦ ਦੇ ਵਿੱਚ ਬਦਲੀ ਗਈ। ਹੁਣ ਅੱਗੇ ਰੇਅਰ ਟੂ ਰੇਅਰੈਸਟ ਕੇਸ ਦਾ ਅਗਲਾ ਨੁਕਤਾ ਕੀ ਆ? ਖਾਲਸਾਈ ਨਜ਼ਰੀਏ ਦੇ ਨਾਲ, ਨਾ ਕਿ ਕੇਂਦਰ ਸਰਕਾਰ ਦੇ ਜਾਂ ਸੰਵਿਧਾਨ ਦੇ ਨਜ਼ਰੀਏ ਦੇ ਨਾਲ। ਉਹ ਇਹ ਆ ਕਿ ਇੰਨਾ ਡਿਲੇ ਹੋਣ ਦੇ ਬਾਵਜੂਦ ਵੀ ਉਹਨੂੰ ਰਿਹਾ ਨਹੀਂ ਕੀਤਾ ਗਿਆ। ਤੇ ਇਸ ਕਰਕੇ ਇਹਨਾਂ ਸਾਰਿਆਂ ਨੁਕਤਿਆਂ ਨੂੰ ਮੁੱਖ ਰੱਖ ਕੇ ਹੁਣ ਜਦੋਂ ਕਿ ਕੋਈ ਕਾਨੂੰਨੀ ਜਾਂ ਜਦੋਂ 9 ਦਸੰਬਰ 2021 ਨੂੰ ਸੁਪਰੀਮ ਕੋਰਟ ਨੇ ਬਿੱਟੇ ਦੀ ਜਿਹੜਾ ਮਦਈ ਸੀ ਇਸ ਕੇਸ ਦਾ, ਉਹਦੀ ਰਿਟ ਖਾਰਜ ਕਰ ਦਿੱਤੀ ਆ, ਤੇ ਕੋਈ ਕਾਨੂੰਨੀ ਅੜਚਨ ਰਹੀ ਨਹੀਂ। ਫਿਰ ਇਹ ਦੋਵੇਂ ਸਰਕਾਰਾਂ ਸਪਸ਼ਟ ਕਰਨ ਕਿ ਉਹ ਆਰਟੀਕਲ 72 ਦੀ ਵਰਤੋਂ ਕਿਉਂ ਨਹੀਂ ਕਰ ਰਹੇ ਤੇ ਉਹ ਆਰਟੀਕਲ 161 ਦੀ ਵਰਤੋਂ ਕਿਉਂ ਨਹੀਂ ਕਰ ਰਹੇ। ਹੁਣ ਇਹ ਜਿਹੜਾ ਜਿਹੜੀ ਇੱਕ ਰਿਵਿਊ ਕਮੇਟੀ ਬਹਿੰਦੀ ਆ, ਜਿਹੜੀ 6 ਮਹੀਨੇ ਬਾਅਦ ਬਹਿੰਦੀ ਆ, ਉਹਨੇ ਫੈਸਲਾ ਕਰਨਾ ਹੁੰਦਾ। ਇੱਕ ਵਾਰੀ ਜੇ ਕਿਸੇ ਦਾ ਨਕਸ਼ਾ ਜਿਹੜਾ ਵਾ
ਉਹ ਰਿਜੈਕਟ ਕਰ ਦਿੱਤਾ ਜਾਏ ਤੇ ਉਹਨਾਂ ਨੇ ਫਿਰ ਅਗਲੇ 6 ਮਹੀਨੇ ਬਾਅਦ ਫਿਰ ਉਸ ਕੇਸ ਨੂੰ ਵਿਚਾਰਨਾ ਹੁੰਦਾ ਵਾ। ਪਰ ਇੱਥੇ ਇੱਕ ਜਿਹੜਾ ਰੇਅਰ ਟੂ ਰੇਅਰੈਸਟ ਕੇਸ ਵਾਲੀ ਜਿਹੜੀ ਗੱਲ ਉਹ ਇਹ ਆ ਖਾਲਸੇ ਨਜ਼ਰੀਏ ਦੇ ਨਾਲ ਕਿ ਜਦੋਂ ਸੁਪਰੀਮ ਕੋਰਟ ਨੇ ਸਟੇਟਸ ਕੋ ਕੀਤਾ ਸੀ ਬਿੱਟੇ ਦੀ ਰਿਟ ਤੇ, ਜਿਹਦੇ ਵਿੱਚ ਇੱਕ ਅਰਜਨ ਬਣ ਗਿਆ ਆ ਜਿਹੜਾ ਕੋਵਿਡ-19 ਆ 2 ਸਾਲ ਸੁਣਵਾਈ ਨਹੀਂ ਹੋਈ ਤੇ ਉਹ ਕੇਸ ਇੰਨਾ ਡਿਲੇ ਹੋ ਗਿਆ। ਪਰ 3 ਵਾਰ ਜਿਹੜਾ ਕੇਜਰੀ ਸਰਕਾਰ ਆ ਉਹਨੇ ਕਿਉਂ ਉਹ ਨਕਸ਼ਾ ਜਿਹੜਾ ਵਾ, ਜਦੋਂ ਕਿ ਉਹਦਾ ਅਧਿਕਾਰ ਖੇਤਰ ਹੀ ਨਹੀਂ ਉਹਨੂੰ ਵਿਚਾਰਨਾ, ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਸੀ ਤੇ ਉਹਨੇ ਕਿਉਂ ਉਹਨੂੰ ਨਕਸ਼ੇ ਨੂੰ 3 ਵਾਰ ਰਿਜੈਕਟ ਕੀਤਾ। ਤੇ ਅਗਲਾ ਗੱਲ ਕਿ ਰਿਜੈਕਟ ਕਰਨ ਤੋਂ ਬਾਅਦ ਜੇਲ੍ਹ ਨੂੰ, ਜਿਸ ਜੇਲ੍ਹ ਦੇ ਵਿੱਚ ਬੰਦੀ ਬੰਦ ਹੁੰਦਾ ਵਾ, ਇਨਫੋਰਮੇਸ਼ਨ ਦੇਣੀ ਹੁੰਦੀ ਆ ਤੇ ਨਾਲ ਹੀ ਬੰਦੀ ਨੂੰ ਵੀ ਇਨਫੋਰਮੇਸ਼ਨ ਦੇਣੀ ਹੁੰਦੀ ਆ, ਨਾ ਉਹਨੂੰ ਇਨਫੋਰਮੇਸ਼ਨ ਹੀ ਦਿੱਤੀ ਆ। ਹੁਣ ਫਾਈਲ ਕਿੱਥੇ ਆ? ਉਹ ਕੇਜਰੀਵਾਲ ਦੇ, ਕੋਈ ਕਹਿੰਦਾ ਕੇਜਰੀਵਾਲ ਦੇ ਘਰ ਪਈ ਆ, ਚਾਹੇ ਆ ਜਿਹੜਾ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਵਾ, ਉਹਨੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਦੱਸਿਆ ਸੀ ਕਿ ਉਹ ਜਿਹੜਾ ਵਾ ਲੈਫਟੀਨੈਂਟ ਗਵਰਨਰ ਦੇ ਪਾਸ ਪਹੁੰਚ ਚੁੱਕੀ ਆ। ਉਹ ਕਿੱਥੇ ਆ? ਜਦੋਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਛੋਟੇ ਤੋਂ ਛੋਟੇ ਸਵਾਲ ਦਾ ਵੀ ਇਹ ਕੇਜਰੀਵਾਲ ਦੀ ਪਾਰਟੀ, ਆਮ ਆਦਮੀ ਪਾਰਟੀ ਜਾਂ ਉਹਦੀ ਸਰਕਾਰ ਜਵਾਬ ਦਿੰਦੀ ਆ, ਤੇ ਇਹ ਏਡੇ ਵੱਡੇ ਕੇਸ ਦਾ ਜਵਾਬ ਕਿਉਂ ਨਹੀਂ ਦੇ ਰਹੀ? ਸਾਨੂੰ ਦੱਸੇ। ਜੇ ਨਹੀਂ ਦੱਸਦੇ ਤੇ ਫਿਰ 26 ਜਨਵਰੀ ਤੋਂ ਬਾਅਦ ਅਸੀਂ ਸਾਰੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਘਿਰਾਓ ਕਰਾਂਗੇ, ਉਹਨਾਂ ਦੇ ਉੱਥੇ ਪ੍ਰਦਰਸ਼ਨ ਕਰਾਂਗੇ ਤੇ ਨਾਲ ਹੀ ਅਸੀਂ ਕੇਂਦਰ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਹਾਂ, ਭਾਜਪਾ ਦਾ ਵੀ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ ਜੇ ਉਹਨਾਂ ਵੀ ਨਾ ਕੀਤਾ। ਇਹ 161 ਦੇ ਤਹਿਤ ਇਹਦੇ ਕੋਲ ਅਧਿਕਾਰ ਖੇਤਰ ਆ, ਇਹ ਤੁਰੰਤ ਰਿਹਾਈ ਦਾ ਐਲਾਨ ਕਰੇ ਤੇ ਜੇ ਇਹ ਨਹੀਂ ਕਰਦਾ ਤੇ ਇਹਨੂੰ ਬਾਈਪਾਸ ਕਰਕੇ ਜਿਹੜਾ ਕੇਜਰੀਵਾਲ ਸਰਕਾਰ ਆ ਉਹ ਵੀ ਕਰ ਸਕਦੀ ਆ। ਹੁਣ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ, ਇਤਿਹਾਸ ਦੇ ਕਟਹਿਰੇ ਦੇ ਵਿੱਚ ਸਰਕਾਰ ਦੇ ਤਿੰਨੇ ਹੀ ਅੰਗ ਜਿਹੜੇ ਆ ਉਹ ਕਟਹਿਰੇ 'ਚ ਖੜੇ ਨੇ। ਵਿਧਾਨ ਪਾਲਿਕਾ ਵੀ, ਕਿਉਂਕਿ ਉਹਨੇ ਟਾਡਾ ਕਾਲਾ ਕਾਨੂੰਨ ਬਣਾ ਕੇ ਉਹਦੇ ਵਿੱਚ ਨਿਸ਼ਾਨਾ ਕਿਹਨੂੰ ਬਣਾਇਆ? ਸਿੱਖਾਂ ਨੂੰ। ਕਿਉਂਕਿ ਉਹਦੇ ਵਿੱਚ, ਉਸ ਐਕਟ ਦੇ ਵਿੱਚ ਇਹ ਦਰਜ ਸੀ ਕਿ ਕਿਸੇ ਦੀ ਕਨਫੈਸ਼ਨ ਸਟੇਟਮੈਂਟ ਵੀ ਉਹਨੂੰ ਸਜ਼ਾ ਲਈ ਕਾਫੀ ਆ। ਤੇ ਪਰ ਇਹ ਵੇਖਣਾ ਚਾਹੀਦਾ ਸੀ ਕਿ ਉਹ ਕਨਫੈਸ਼ਨ ਸਟੇਟਮੈਂਟ ਜਿਹੜੀ ਆ ਉਹ ਸਹੀ ਆ ਜਾਂ ਫੇਕ ਆ। ਮੈਂ ਇੱਥੇ ਦਾਅਵੇ ਨਾਲ ਕਹਿੰਦਾ ਕਿ ਮੇਰੇ ਕੋਲ ਵੱਡੇ ਤੋਂ ਵੱਡਾ ਕੋਈ ਵੀ ਪੁਲਿਸ ਅਫਸਰ ਜਿਹੜਾ ਵੱਡਾ ਕਰੂਅਲ ਤੋਂ ਕਰੂਅਲ ਆ, ਉਹ ਮੈਨੂੰ ਅੱਧਾ ਘੰਟਾ ਦੇ ਦਿਓ, ਜਿਹੋ ਜੀ ਕਨਫੈਸ਼ਨ ਸਟੇਟਮੈਂਟ ਮੈਂ ਚਾਹਾਂਗਾ ਮੈਂ ਉਹਦੇ ਕੋਲੋਂ ਉਹੋ ਜੀ ਦੇ ਉੱਤੇ ਉਹਦੇ ਸਾਈਨ ਕਰਾਵਾਂਗਾ, ਉਹਦਾ ਅੰਗੂਠਾ ਵੀ ਨਹੀਂ ਲਵਾਵਾਂਗਾ। ਕੇਂਦਰ ਸਪਸ਼ਟ ਕਰ ਚੁੱਕੀ ਹੈ ਕਿ ਦਵਿੰਦਰਪਾਲ ਸਿੰਘ ਦੀ ਰਿਹਾਈ ਹੋ ਜਾਣੀ ਚਾਹੀਦੀ ਆ। ਸੁਪਰੀਮ ਕੋਰਟ ਮੁਨਾਸਿਬ ਨਹੀਂ ਸਮਝਿਆ, ਸਾਰਾ ਕੁਝ ਖਤਮ ਹੋ ਗਿਆ ਕਿਉਂਕਿ ਬੇਟਾ ਇੱਕ ਮੰਗ ਕਰ ਰਿਹਾ ਸੀ, ਉਹ ਵੀ ਮੰਗ ਖਤਮ ਹੋ ਗਈ। ਕੇਜਰੀਵਾਲ ਸਪਸ਼ਟ ਨਹੀਂ ਕਰਨ ਦਿਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰਨੀ ਹੈ ਕਿ ਨਹੀਂ ਕਰਨੀ। ਭਗਵੰਤ ਮਾਨ ਨੂੰ ਨੇ ਪੰਜਾਬ ਦਾ ਚਿਹਰਾ ਐਲਾਨ ਦਿੱਤਾ, ਪੰਜਾਬੀ ਸਿੱਖਾਂ ਦੀ ਆਵਾਜ਼ ਭਗਵੰਤ ਮਾਨ ਨੂੰ ਸਪਸ਼ਟ ਨਹੀਂ ਕਰਨੀ ਚਾਹੀਦੀ, ਮੰਗ ਨਹੀਂ ਰੱਖਣੀ ਚਾਹੀਦੀ ਕਿ ਜਿਹੜੇ ਬੰਦੀ ਸਿੰਘ ਨੇ ਸਾਡੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਰਿਹਾਈ ਕਰਨ। ਬਿਲਕੁਲ ਉਹਨੂੰ ਹੀ ਨਹੀਂ ਕਰਨੀ ਚਾਹੀਦੀ, ਉਹਦੇ ਜਿੰਨੇ ਕੈਂਡੀਡੇਟ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ, ਉਹਦੇ ਜਿੰਨੇ ਐਮਐਲਏ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ, ਤੇ ਨਾਲ ਇਨਸਾਨੀਅਤ ਹੱਕਾਂ ਦੇ ਜਿਹੜੇ ਲੰਬਰਦਾਰ ਨੇ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ। ਤੇ ਨਾਲ ਹੀ ਜਿਹੜੀਆਂ ਪੰਥ ਨੂੰ ਸਮਰਪਿਤ ਪਾਰਟੀਆਂ ਜਾਂ ਮਨੁੱਖੀ ਦਰਦ ਰੱਖਣ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ। ਜਦੋਂ ਕੋਈ ਕਾਨੂੰਨੀ ਅੜਚਣ ਹੀ ਨਹੀਂ ਤੇ ਫਿਰ ਡਿਲੇ ਕਿਉਂ? ਪਰ 6 ਦਿਨ ਦਾ ਸਮਾਂ, ਅੱਜ 20 ਤਰੀਕ ਹੋ ਗਈ ਆ, ਤੁਸੀਂ ਕਹਿੰਦੇ 26 ਤਰੀਕ ਤੱਕ ਜੇਕਰ ਰਿਹਾਈ ਨਾ ਹੋਈ ਤੇ ਆਪਾਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ? ਅਸੀਂ ਹਰ ਜਿਹੜਾ ਉਹਦਾ ਕੈਂਡੀਡੇਟ ਆ ਉਹਦਾ ਘਿਰਾਓ ਕਰਾਂਗੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕੋ ਦਿਨ ਅਸੀਂ ਪਹਿਲਾਂ ਸ਼ੁਰੂ ਕਰਾਂਗੇ ਤੇ ਉਹਨਾਂ ਚਿਰ ਕਰਦੇ ਰਹਾਂਗੇ ਜਿੰਨਾ ਚਿਰ ਇਹ ਜਿਹੜਾ ਉਹ ਰਿਹਾਈ ਦਾ ਐਲਾਨ ਨਹੀਂ ਹੋਇਆ। ਅਕਾਲੀ ਦਲ ਦਾ ਕਰੋਗੇ, ਕਾਂਗਰਸ ਦਾ ਕਰੋਗੇ, ਕਿਹਦਾ? ਅਸੀਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਆ ਜਿਹੜੀ ਇਹ ਉਹਦੇ ਕੋਲ ਫਾਈਲ ਆ, ਤੇ ਨਾਲ ਹੀ ਅਸੀਂ ਅੱਗੇ ਇਹ ਵੀ ਕਹਿ ਦਿੱਤਾ ਕਿ ਜੇ ਆਮ ਆਦਮੀ ਪਾਰਟੀ ਇਹ ਫੈਸਲਾ ਨਹੀਂ ਕਰਦੀ, ਤੁਰੰਤ ਰਿਹਾਈ ਨਹੀਂ ਕਰਦੀ ਜੋ ਉਹਦੇ ਅਧਿਕਾਰ ਖੇਤਰ ਆ, ਤੇ ਕੇਂਦਰ ਸਰਕਾਰ ਜਿਹੜੀ ਆ ਉਹਨੂੰ ਬਾਈਪਾਸ ਕਰਕੇ ਆਰਟੀਕਲ 72 ਦੇ ਤਹਿਤ ਖੁਦ ਵੀ ਫੈਸਲਾ ਕਰ ਸਕਦੀ ਆ। ਤੇ ਭਾਜਪਾ ਦਾ ਵੀ ਬਿਲਕੁਲ, ਜੇ ਪਹਿਲਾਂ ਇਹਨੂੰ ਕੇਜਰੀਵਾਲ ਦੇ ਵਿਰੁੱਧ, ਕੇਜਰੀਵਾਲ ਦੀ ਪਾਰਟੀ ਦੇ ਵਿਰੁੱਧ, ਤੇ ਜੇ ਉਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਭਾਜਪਾ ਦੇ ਕੈਂਡੀਡੇਟਾਂ ਦਾ ਵੀ। ਕੇਜਰੀਵਾਲ ਦੇ ਜਿਹੜੇ ਕੈਂਡੀਡੇਟ ਨੇ
ਉਹ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੰਦੇ ਨੇ ਕਿ ਉਹਨਾਂ ਦਾ ਫਿਰ ਬਾਈਕਾਟ ਕਰਨਾ। ਸਾਨੂੰ ਆਵਾਜ਼ ਚੁੱਕਣ ਨਾਲ ਨਹੀਂ, ਸਾਨੂੰ ਤੇ ਆ ਰਿਹਾਈ ਦੇ ਨਾਲ ਕਿ ਜਦੋਂ ਕੋਈ ਕਾਨੂੰਨੀ ਅੜਚਣ ਹੀ ਨਹੀਂ, ਸਾਨੂੰ ਸਪਸ਼ਟ ਕਰਨ ਕਿ ਇੱਕ ਗੱਲ ਇਹ ਸਪਸ਼ਟ ਕਰਨ ਕਿ ਫਾਈਲ ਕਿੱਥੇ ਆ। ਬੇਸ਼ੱਕ ਇਹਨੇ ਕਹਿ ਦਿੱਤਾ ਕਿ ਉਹ ਜਿਹੜਾ ਲੈਫਟੀਨੈਂਟ ਗਵਰਨਰ ਦੇ ਕੋਲ ਹੈ ਇੱਕ ਪੱਤਰਕਾਰ ਦੇ, ਪਰ ਸਾਡੇ ਕੋਲ ਅਧਿਕਾਰਕ ਤੌਰ ਦੇ ਉੱਤੇ ਕੋਈ ਨਹੀਂ ਉਹਨਾਂ ਕਿਹਾ। ਈਮੇਲ ਵੀ ਕੀਤੀ, ਜਿਹੜਾ ਐਡਵੋਕੇਟ ਸਾਡਾ ਜਸਪਾਲ ਸਿੰਘ ਮੰਝਪੁਰ ਆ, ਉਹਨੇ ਈਮੇਲ ਵੀ ਕੀਤੀ ਆ। ਉਹਦਾ ਈਮੇਲ ਦਾ ਵੀ ਇੱਕ ਵਾਰੀ ਆਇਆ ਜੀ, ਉਹ ਪ੍ਰਕਿਰਿਆ ਦੇ ਅਧੀਨ ਆ, ਲੇਕਿਨ ਉਸ ਤੋਂ ਬਾਅਦ ਤੇ ਉਹਨੂੰ ਵੀ ਨਹੀਂ ਦੱਸਿਆ, ਜਦੋਂ ਕਿ ਨਾਲ ਉਹਦੇ ਵਿੱਚ ਈਮੇਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਤੁਹਾਨੂੰ ਅੱਗੇ ਸੂਚਿਤ ਕੀਤਾ ਜਾਏਗਾ, ਤੇ 1 ਮਹੀਨੇ ਤੋਂ ਵੱਧ ਉੱਤੇ ਹੋ ਗਿਆ, ਉਹਨੂੰ ਵੀ ਨਹੀਂ ਸੂਚਿਤ ਕੀਤਾ। ਕੇਜਰੀਵਾਲ ਦੇ ਹਾਕਰੇ ਜਾਂ ਅੜਚਨ ਦੱਸੇ? ਹਾਂ ਬਿਲਕੁਲ, ਅੜਚਨ ਜਦੋਂ ਕੋਈ ਹੈ ਹੀ ਨਹੀਂ। ਅਸੀਂ ਤੇ ਕਿਹਾ ਕਿ ਅੜਚਨ ਕੀ ਆ? ਅੜਚਨ ਹੈ ਇੱਕ ਦੇਸ਼ ਭਗਤੀ ਦਾ ਜਨੂਨ ਕਿ ਦੇਸ਼ ਦੀ ਪ੍ਰੋਫੈਸਰ ਭੁੱਲਰ ਜਿਹੜੇ ਨੇ ਉਹ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ। ਜੇ ਬਾਹਰ ਆ ਗਏ ਤੇ ਲਾ ਐਂਡ ਆਰਡਰ ਨੂੰ ਖਤਰਾ ਵਾ, ਜਦੋਂ ਕਿ ਉਹ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਆ, ਹਸਪੀਟਲ ਐਡਮਿਟ ਆ, ਮੈਡੀਕਲ ਰਿਪੋਰਟ ਆ 2000 ਤੇ ਮੇਰਾ ਖਿਆਲ ਆ 10 ਤੋਂ ਉਹ ਮੈਡੀਕਲ ਟ੍ਰੀਟਮੈਂਟ ਦੇ ਅੰਡਰ ਆ, ਉਹ ਜੇਲ੍ਹ ਵਿੱਚ ਹੈ ਹੀ ਨਹੀਂ, ਜੇਲ੍ਹ ਤੋਂ ਬਾਹਰ ਨੇ, ਕਾਹਦਾ ਖਤਰਾ? ਫਿਰ ਉਹ ਸਪਸ਼ਟ ਕਰਨ ਭਈ ਇਹ ਕੀ ਹੈ, ਦੇਸ਼ ਭਗਤੀ ਦੇ ਜਨੂਨ ਦੇ ਤਹਿਤ ਨਹੀਂ ਕੀਤੀ ਜਾ ਰਹੀ, ਜਾਂ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਨਾਰਾਜ਼ ਕਰਨ ਦੇ ਭਈ ਨਾਰਾਜ਼ ਹੋ ਜਾਣਗੇ ਸਾਡੇ ਜਿਹੜੇ ਵੋਟਰ ਨੇ ਵੀ ਇਹਨੂੰ ਰਿਹਾ ਕਰ ਦਿੱਤਾ। ਇਹ ਸਾਨੂੰ ਸਪਸ਼ਟ ਕਰੇ ਫਾਈਲ ਕਿੱਥੇ ਆ, ਉਹ ਸਪਸ਼ਟ ਕਰੇ। ਕੋਈ ਕਹਿੰਦਾ ਜੀ ਕੇਜਰੀਵਾਲ ਦੇ ਘਰ ਪਈ ਆ, ਕੋਈ ਕਹਿੰਦਾ ਜੀ ਲੈਫਟੀਨੈਂਟ ਗਵਰਨਰ ਦੇ ਪਾਸ ਪਹੁੰਚ ਚੁੱਕੀ ਆ। ਇਹ 1 ਮਿੰਟ ਦਾ ਕੰਮ ਆ ਸਾਈਨ ਕਰਨਾ। ਸਿਰਫ ਕੈਂਡੀਡੇਟਾਂ ਦਾ 26 ਤਰੀਕ ਤੱਕ ਜਵਾਬ ਨਹੀਂ ਦਿੰਦੇ, ਹਾਂ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਕੀ ਕੀਤਾ ਜਾਏਗਾ? ਉਹਨਾਂ ਦਾ ਘਰਾਓ, ਨਹੀਂ ਘਰਾਓ ਤੋਂ ਬਾਵਜੂਦ ਵੀ ਕੋਈ ਜਵਾਬ ਨਹੀਂ ਮਿਲਦਾ, ਫਿਰ ਜਵਾਬ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਅਗਲਾ ਐਕਸ਼ਨ ਲਿਖਿਆ ਜਾਏਗਾ। ਦੇਖੋ ਵੋਟਾਂ ਦਾ ਵੀ ਬਾਈਕਾਟ ਕੀਤਾ ਜਾਊਗਾ, ਇਹਨਾਂ ਨੂੰ ਵੋਟਾਂ ਨਾ ਪਾਈਆਂ ਜਾਣ। ਵੇਖੋ ਜੀ ਵੋਟਾਂ ਆ ਜਿਹੜਾ ਗੱਲ ਆ ਨਾ, ਅੱਜ ਇਹ ਇਸ਼ੂ ਵੋਟਾਂ ਦਾ ਨਹੀਂਗਾ। ਅਸੀਂ ਕਿਸੇ ਕੇਜਰੀਵਾਲ ਦੇ ਆਪਾਂ ਬੰਦਿਆਂ ਦੀ ਗੱਲ ਵੇਖੋ ਅਸੀਂ ਤੇ ਕਿਉਂਕਿ ਉਹਨਾਂ ਦੇ ਕੋਲ ਪਾਵਰ ਆ, ਫਾਈਲ ਉਹਨਾਂ ਦੇ ਕੋਲ ਆ। ਇਲੈਕਸ਼ਨ ਸਾਰੀਆਂ ਪਾਰਟੀਆਂ ਲੜ ਰਹੀਆਂ, ਅੱਜ ਇਹ ਪੋਲੀਟੀਕਲ ਮੁੱਦਾ ਨਹੀਂ ਆ, ਅੱਜ ਇੱਕ ਰਿਹਾਈ ਦਾ ਮੁੱਦਾ ਵਾ। ਅਸੀਂ ਉਹਨਾਂ ਨੂੰ ਆਨੇ ਆ ਕਿ ਇਹਨੂੰ ਪੋਲੀਟੀਕਲ ਮੁੱਦਾ ਨਾ ਬਣਾਓ। ਅਸੀਂ ਤੇ ਇਹ ਮੰਗ ਕਰਨੇ ਆ ਕਿ ਰਿਹਾਈ ਕੋਈ ਕਰਦੇ, ਕੋਈ ਇਹਦਾ ਬਜਾਨਾ ਲੈ ਜੇ ਕਿ ਹਾਂ ਮੈਂ ਕੀਤਾ, ਮੈਂ ਕਰਵਾਤੀ ਰਿਹਾਈ। ਸਾਨੂੰ ਇਹਦੇ ਨਾਲ ਨਹੀਂ ਕੋਈ ਫਰਕ, ਕਿਉਂਕਿ ਅਸੀਂ ਇਹਨੂੰ ਗੁਰੂ ਦਾ ਵਰਤਾਰਾ ਸਮਝਾਂਗੇ ਕਿ ਉਹਦੀ ਰਿਹਾਈ ਲਈ ਗੁਰੂ ਨੇ ਵਰਤਾਰਾ ਵਰਤਾਇਆ ਵਾ, ਉਹਦੀ ਰਿਹਾਈ ਹੋ ਗਈ ਆ। ਪਰ ਸਾਨੂੰ ਇਹ ਗੱਲ ਸਪਸ਼ਟ ਕਰਨ ਕਿ ਦੇਸ਼ ਭਗਤੀ ਦਾ ਜਨੂਨ ਆ, ਸਿੱਖਾਂ ਨਾਲ ਵੈਰ ਭਾਵਨਾਵਾਂ ਜਾਂ ਵੋਟਰਾਂ ਨੂੰ ਨਾਰਾਜ਼ ਹੋਣ ਦਾ ਡਰ ਹੈ। ਸ਼ੀਲਾ ਦੀਖਤ ਦੀ ਮਿਸਾਲ ਦਿੰਦੇ ਆ, ਉਹਨੇ ਜਿਹੜਾ ਭਾਈ ਰਣਜੀਤ ਸਿੰਘ ਕੁੱਕੀ ਉਹਨੂੰ ਰਿਹਾ ਕੀਤਾ ਸੀ, ਗੁਰਦੀਪ ਸਿੰਘ ਖੈੜੇ ਨੂੰ ਰਿਹਾ ਕੀਤਾ ਸੀ। ਉੱਥੋਂ ਬਾਅਦ ਵੀ ਉਹ 2 ਵਾਰ ਮੁੱਖ ਮੰਤਰੀ ਬਣੀ। ਵੋਟਰਾਂ ਨੇ ਵੋਟਾਂ ਪਾਉਣੀਆਂ, ਸਾਨੂੰ ਉਹਨਾਂ ਦੇ ਉੱਤੇ ਕੋਈ ਨਹੀਂ, ਅਸੀਂ ਇਹ ਅੱਜ ਦਾ ਮੁੱਦਾ ਨਹੀਂ। ਕਮੇਟੀ ਸਿੱਖਾਂ ਦੀ ਸਰਮੋਰ ਸੰਸਥਾ, ਇਹਨੂੰ ਅਗਾਂਹ ਨਹੀਂ ਪਹਿਲ ਕਦਮੀ ਨਹੀਂ ਬਿਲਕੁਲ। ਅਸੀਂ ਤੇ ਕਿਹਾ ਕਿ ਪੰਥ ਨੂੰ ਸਮਰਪਿਤ ਸਾਰਾ ਸਿੱਖ ਜਗਤ ਹੈ ਜਿਹੜਾ, ਜਿਹੜੀਆਂ ਪੰਥਕ ਜਥੇਬੰਦੀਆਂ ਮਨੁੱਖੀ ਹੱਕਾਂ ਦੇ ਅਲੰਬਰਦਾਰ ਜਾਂ ਮਨੁੱਖੀ ਦਰਦ ਰੱਖਣ ਵਾਲੇ ਇਨਸਾਨ ਨੇ। ਅਸੀਂ ਤੇ ਪ੍ਰੈਸ ਨੂੰ ਵੀ ਅਪੀਲ ਕਰਨੇ ਆ ਵੀ ਉਹ ਵੀ ਇਹ ਆਵਾਜ਼ ਉਠਾਉਣ। ਦੇਖੋ ਅਸੀਂ ਤੁਹਾਡੇ ਪ੍ਰੈਸ ਥਰੂ, ਤੁਹਾਡੀ ਪ੍ਰੈਸ ਦੇ ਰਾਹੀਂ ਵੀ ਇਹ ਆਵਾਜ਼ ਉਠਾਉਣੀ ਚਾਹੁੰਦੇ ਆ ਕਿ ਇਹ ਸਪਸ਼ਟ ਕਰ। ਅਸੀਂ ਆਏ ਜੀ ਤੁਹਾਡੀ ਆਵਾਜ਼ ਨਹੀਂ ਥੈਂਕ ਯੂ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਤੁਸੀਂ ਮਿਹਰਬਾਨੀ। ਆਏ ਆ, ਪਰ ਉਹਦੇ ਵਿੱਚ ਕੀ ਆ ਵੀ ਇਹ ਇੱਕ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਵੀ ਮਸਲਾ ਵਾ। ਹੁਣ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨ ਤੋਂ ਡਿਪੋਰਟ ਕੀਤਾ ਜਾਂਦਾ, ਇੱਥੇ ਮਤਲਬ ਸਾਡੇ ਹਿੰਦੁਸਤਾਨ ਦੇ ਵਿੱਚ ਉਹਦੇ ਤੇ ਫਾਂਸੀ ਵਾਲੀ ਜਿਹੜੀ ਆ ਉਹ ਸਜ਼ਾ ਲਾਗੂ ਹੀ ਨਹੀਂ ਹੁੰਦੀ, ਕਿਉਂਕਿ ਉਸ ਕੰਟਰੀ ਦੇ ਵਿੱਚ ਸਜ਼ਾ ਹੀ ਨਹੀਂ ਹੈ ਫਾਂਸੀ ਦੀ। ਹੁਣ ਆਪਾਂ 1 ਮਿੰਟ ਵਾਸਤੇ ਸਾਰੇ ਮਨੁੱਖੀ ਤੌਰ ਤੇ ਆਪਣੇ ਅੰਦਰ ਝਾਤੀ ਮਾਰੀਏ। 1 ਦਿਨ ਦਾ ਤੁਸੀਂ ਆਪਣੇ ਆਪ ਨੂੰ ਉੱਥੇ ਲੈ ਕੇ ਚੱਲੋ ਭਈ 26 ਸਾਲ ਤੋਂ ਉਹ ਜਿਹੜਾ ਸਿੱਖ ਨੌਜਵਾਨ ਆ, ਹੁਣ ਬਜ਼ੁਰਗ ਹੋ ਚੁੱਕਾ, ਇੰਟਰਨੈਟ ਕੋਈ ਨਹੀਂ ਆ, ਕੋਈ ਉੱਥੇ ਹੋਰ ਫੈਸਿਲਿਟੀ ਨਹੀਂ ਆ ਉਹਦੇ ਕੋਲ, ਤੇ 26 ਸਾਲ ਇੱਕ ਬੰਦ ਕਮਰੇ ਦੇ ਵਿੱਚ ਇੱਕ ਮਨੁੱਖ ਜਿਹੜਾ ਵਾ ਉਹ ਕਿੱਦਾਂ ਰਹਿ ਸਕਦਾ? ਫਿਰ ਉਹਦਾ ਦੋਸ਼ ਕੀ ਹੈ? ਜਿਹੜਾ ਦੋਸ਼ ਉਹਦੇ ਤੇ ਲਾਇਆ ਉਹ ਵੀ ਸਾਬਤ ਨਹੀਂ ਹੋ ਰਿਹਾ। ਜਾਂ ਇਹ ਦੱਸਣ ਭਈ ਸਿੱਖਾਂ ਵਾਸਤੇ ਕਾਨੂੰਨ ਹੋ ਰਿਹਾ ਤੇ ਦੂਜਿਆਂ ਵਾਸਤੇ ਦੂਜਿਆਂ ਲੋਕਾਂ ਵਾਸਤੇ ਹੋ ਰਿਹਾ। ਹੁਣ ਵੇਖੋ ਇੱਕ ਆ ਡੇਟਾ ਲਿਖ ਲਿਓ, ਜਿਹੜਾ ਕੇਜਰੀਵਾਲ ਨੇ 3 ਵਾਰੀ ਉਹਦਾ ਨਕਸ਼ਾ ਜਿਹੜਾ ਨਾ ਉਹ ਰਿਜੈਕਟ ਕੀਤਾ ਵਾ, ਜਦੋਂ ਕਿ ਉਹਦਾ ਅਧਿਕਾਰ ਖੇਤਰ ਹੀ ਨਹੀਂ। ਇੱਕ ਵਾਰੀ ਸਤੰਬਰ 2020 ਚ 19 ਚ, ਸਤੰਬਰ 2019 ਚ, ਫਿਰ ਫਰਵਰੀ 2020 ਚ, ਫਿਰ ਅਗਸਤ 2020 ਚ, ਇਹ 3 ਵਾਰ। ਉਹ ਇਹ ਕੇਜਰੀਵਾਲ ਨਹੀਂ ਚਾਹੁੰਦਾ ਕਿ ਰਿਹਾਈ ਹੋਵੇ। ਦੇਖੋ ਇਹ ਗੱਲ ਤੇ ਸਪਸ਼ਟ ਕਰਦਾ ਕਿ ਉਹਦੀ ਨੀਤੀ ਆ। ਜਦੋਂ ਉਹਦਾ ਅਧਿਕਾਰ ਖੇਤਰ ਹੀ ਨਹੀਂ, ਕੇਸ ਸੁਪਰੀਮ ਕੋਰਟ ਚ ਪੈਂਡਿੰਗ ਆ,
ਤੇ ਉਹ 3 ਵਾਰ ਉਹਦਾ ਨਕਸ਼ਾ ਜਿਹੜਾ ਰਿਜੈਕਟ ਕਰ ਰਿਹਾ ਹੈ। ਜਿਹੜਾ ਰਿਵਿਊ ਬੋਰਡ ਹੁੰਦਾ ਉਹ 6 ਮਹੀਨੇ ਬਾਅਦ ਬਹਿੰਦਾ, ਤੇ ਸਤੰਬਰ ਤੋਂ ਬਾਅਦ ਫਰਵਰੀ 6 ਮਹੀਨੇ, ਫਰਵਰੀ ਤੋਂ ਬਾਅਦ ਫਿਰ ਅਗਸਤ 6 ਮਹੀਨੇ। ਉਹਨੇ 3 ਵਾਰ ਰਿਜੈਕਟ ਕੀਤਾ। ਇੱਕ ਇਹ ਸਪਸ਼ਟੀਕਰਨ ਦੇ ਫਾਈਲ ਕਿੱਥੇ ਆ ਉਹ ਸਪਸ਼ਟੀਕਰਨ ਦੇ, ਕਾਨੂੰਨੀ ਅੜਚਣ ਕੀ ਆ ਉਹ ਸਪਸ਼ਟੀਕਰਨ ਦੇ, ਤੇ ਦੇ ਵੀ ਤੁਰੰਤ, ਇਹ ਨਹੀਂ ਕਿ 10 ਦਿਨਾਂ ਬਾਅਦ। 2017 ਦੀ ਇਲੈਕਸ਼ਨਾਂ ਦੇ ਵਿੱਚ ਕੇਜਰੀਵਾਲ ਨੂੰ ਬਾਹਰ ਸਾਡੇ ਐਨਆਰਆਈ ਭਰਾ ਨੇ ਉਹਨਾਂ ਬੜਾ ਸਮਰਥਨ ਦਿੱਤਾ ਸੀ। ਕੀ ਲੱਗਦਾ ਕਿ ਇਸ ਵਾਰੀ ਉਹਨੂੰ ਸਮਰਥਨ ਆ ਬੈਠੇ ਹੋਏ ਨੇ ਸਾਡਾ ਕੈਨੇਡਾ ਤੋਂ ਆਏ ਰਣਜੀਤ ਸਿੰਘ ਬੱਗਾ ਮੇਰਾ ਨਾਂ। ਅਸੀਂ ਜਹਾਜ਼ ਲੈ ਕੇ ਇੱਕ ਸੈਕਿੰਡ ਹਾਂਜੀ ਦੱਸੋ। ਮੈਂ NRI ਕੈਨੇਡਾ ਤੋਂ ਰਣਜੀਤ ਸਿੰਘ ਬੱਗਾ ਮੇਰਾ ਨਾਮ ਆ। ਜੋ ਅਸੀਂ ਪ੍ਰੋਫੈਸਰ ਭੁੱਲਰ ਸਾਹਿਬ ਬਾਰੇ ਸਾਨੂੰ ਪਤਾ ਹੀ ਨਹੀਂ ਪਹਿਲੋਂ ਵੀ ਇਹਨਾਂ ਕਿਹਦੇ ਹੱਥ ਵਾਸ ਆ, ਸੈਂਟਰ 'ਚ ਆ, ਪੰਜਾਬ 'ਚ ਆ। ਹੁਣ ਸਾਨੂੰ ਪਤਾ ਲੱਗਾ ਵੀ ਕੇਜਰੀਵਾਲ ਸਾਰਾ ਕੇਸ ਹੀ ਉਹਦੇ ਕੋਲੇ, ਉਹ ਛੱਡ ਵੀ ਸਕਦਾ, ਇੱਕ ਦਿਨ 1 ਘੰਟੇ 'ਚ ਛੱਡ ਸਕਦਾ। ਜਦੋਂ ਕੇਸ ਹੀ ਭਾਈ ਸਾਹਿਬ ਦੇ ਖਤਮ ਹੋ ਗਏ ਆ, ਸਾਰੀ ਓਵਰ ਹੋ ਗਈ ਸਜ਼ਾ ਉਹਦੀ। ਕੋਈ ਦੇਸ਼ ਇਹੋ ਜਿਹਾ ਹੈ ਵਰਲਡ ਦੇ ਵਿੱਚ ਜਿਹਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਉਹਨਾਂ ਅੰਦਰ ਰੱਖਿਆ ਜਾਵੇ? ਮੈਂ ਕੋਈ ਦੇਖਿਆ ਸਾਰੇ ਦੇਸ਼ ਫਿਰੇ ਆ, ਪਰ ਜਿਹੜਾ ਇਸ ਦੇਸ਼ ਵਿੱਚ ਕੰਮ ਹੋ ਰਿਹਾ ਉਹ ਸਿੱਖਾਂ ਨਾਲ ਸਾਰਿਆਂ ਨਾਲ ਵਰਸਿਆ। ਅਸੀਂ NRI ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ, ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ। ਵੋਟਾਂ ਵਾਸਤੇ ਵੀ ਸਾਰੇ ਦੇਸ਼ਾਂ 'ਚ ਕਰਾਂਗੇ ਵੀ ਜਿੰਨਾ ਚਿਰ ਸਾਡਾ ਭਰਾ ਉਹ ਨਹੀਂ ਛੱਡਦੇ, ਸਾਰੇ ਦੇਸ਼ ਹੈ, ਸਾਰੇ ਵਰਲਡ ਵਾਈਡ NRI ਬੰਦਿਆਂ ਨੂੰ ਕਹਿ ਰਹੇ ਆ ਇਹਨਾਂ ਦਾ ਬਾਈਕਾਟ ਕੀਤਾ ਜਾਏ। ਅਸੀਂ ਇਹਨਾਂ ਦਾ ਸਾਥ ਦਿੱਤਾ ਸੀ 17 ਵਿੱਚ, ਹੁਣ ਨਹੀਂ ਦੇ ਰਹੇ, 1% ਨਹੀਂ ਦੇ ਰਹੇ। ਇਹਨਾਂ ਨੂੰ ਵੀ ਪਤਾ ਵਾ ਜਿੰਨਾ ਚਿਰ ਉਹ ਰਿਹਾ ਨਹੀਂ ਕਰਦੇ, ਪਿੰਡਾਂ ਵਿੱਚ NRI ਬੰਦੇ ਜਾਣਗੇ, ਸਾਰੇ NRI ਬਾਹਰ ਮੁੰਡੇ ਰਹਿੰਦੇ, ਉਹਨਾਂ ਨੂੰ ਰਿਕੁਐਸਟ ਕਰਾਂਗੇ ਇਹਨਾਂ ਦਾ ਬਾਈਕਾਟ ਕੀਤਾ ਜਾਏ। ਇਹ ਨਹੀਂ ਛੱਡਦੇ, BJP ਦਾ ਵੀ ਕਰਾਂਗੇ, ਉਹ ਛੱਡ ਸਕਦੇ ਆ। ਜੇ ਇਹ ਨਹੀਂ ਛੱਡਦਾ BJP ਵਾਲੇ ਛੱਡ ਸਕਦੇ ਆ। ਇਹਦੇ ਦੋਵਾਂ ਦਾ ਬਾਈਕਾਟ ਕੀਤਾ ਵੇਖੋ, ਸਭ ਤੋਂ ਪਹਿਲਾਂ ਤੇ ਇਹਨੂੰ ਅਸੀਂ ਕੋਈ ਆਉਣਾ ਚਾਹੁੰਦੇ ਆ। ਸਾਡੀ ਤੁਹਾਡੀ ਪ੍ਰੈਸ ਦੇ ਥਰੂ ਸਮੁੱਚੇ ਵਰਲਡ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ 2017 ਦੀ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਦਾ ਸਾਥ ਦਿੱਤਾ ਸੀਗਾ, ਉਹਨਾਂ ਨੂੰ ਪਰਸਨਲੀ ਤੌਰ ਤੇ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਕਹਿ ਕੇ ਤੇ ਇਹ ਸਾਈਨ ਕਰਵਾਓ। ਤੇ ਤੁਹਾਡੀ ਪ੍ਰੈਸ ਦੇ ਥਰੂ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਨਾ ਇਹ ਮੁੱਦਾ ਰਾਜਨੀਤਿਕ ਆ, ਨਾ ਇਹਨੂੰ ਰਾਜਨੀਤਿਕ ਅਸੀਂ ਬਣਾਉਣਾ ਚਾਹੁੰਦੇ ਆ। ਇਹ ਇੱਕ ਮਨੁੱਖਤਾ ਨਾਲ ਸੰਬੰਧਿਤ ਮੁੱਦਾ ਵਾ। ਮੈਂ ਤੇ ਇਹਨੂੰ ਮਨੁੱਖਤਾ ਨਾਲ ਸੰਬੰਧਿਤ ਮੁੱਦਾ ਮਤਲਬ ਤੁਸੀਂ ਸਾਰੇ ਵੇਖਦੇ ਹੀ ਆ। ਭੁੱਲਰ ਸਾਹਿਬ ਦੀ ਫੈਮਿਲੀ ਨੂੰ ਆ, ਭੈਣ ਜੀ ਹੁਣੀ ਬੈਠੇ ਸਾਡੇ ਲਾਗੇ, ਵੀ ਕਿੰਨਾ ਸਫ਼ਰ ਕਰ ਲਿਆ ਇਹਨਾਂ ਨੇ। 26 ਸਾਲ ਦਾ ਸਫ਼ਰ ਥੋੜਾ ਨਹੀਂ ਹੁੰਦਾ। ਹੋ ਗਏ, ਤੇ ਉਹਨਾਂ ਦੀ ਮਾਤਾ ਜੀ ਦੀ ਵੀ ਬਾਅਦ ਵਿੱਚ ਡੈਥ ਹੋ ਗਈ ਭੁੱਲਰ ਸਾਹਿਬ ਦੀ। ਪਰਿਵਾਰ ਦੇ ਕਿੰਨੇ ਜੀ ਜਿਹੜੇ ਆ ਉਹ ਚਲੇ ਗਏ ਉਸ ਸਮੇਂ ਦੌਰਾਨ। ਤੇ ਹੁਣ ਕੋਈ ਹੈ ਨਹੀਂ ਨਾ, ਤੇ ਕਾਨੂੰਨੀ ਅੜਚਣ ਹੈ ਤੇ ਵੋਟਾਂ ਵਾਲੀ ਰਾਜਨੀਤੀ ਦੀ ਗੱਲ ਪਹਿਲਾਂ ਜਹਦਾ ਨਾਰਾਇਣ ਸੋਹ ਨੇ ਦੱਸੀ ਆ ਵੀ ਰਣਜੀਤ ਸਿੰਘ ਕੁੱਕੀ ਦਾ ਕੇਸ, ਹਾਲਾਂਕਿ ਉਹ ਕਿੰਨਾ ਹਾਈਲਾਈਟ ਕੇਸ ਸੀਗਾ, ਲਲਿਤ ਮਾਕਨ ਹੋਣਾ ਨਾਲ ਸੰਬੰਧਿਤ ਕੇਸ ਸੀ, MP ਮਰਿਆ ਸੀਗਾ। ਫਿਰ ਉੱਥੇ ਦਿੱਲੀ ਦੰਗਿਆਂ ਨਾਲ ਸੰਬੰਧਿਤ ਕੇਸ ਸੀਗੇ। ਤੇ ਸ਼ੀਲਾ ਦੀਕਸ਼ਤ ਨੇ ਜਦੋਂ ਸਾਈਨ ਕੀਤੇ ਆ, ਉਦੋਂ ਬਾਅਦ 2 ਵਾਰ ਉਹ ਮੁੱਖ ਮੰਤਰੀ ਬਣੀ ਆ। ਇਹ ਵੀ ਨਹੀਂ ਕੋਈ ਭਾਈ ਹਿੰਦੂ ਰਾਜਨੀਤੀ ਜਾਂ ਹਿੰਦੂ ਵੋਟ ਇਹਨਾਂ ਦੀ ਕੋਈ ਇੱਥੋਂ ਫਿਸਲੂਗੀ। ਤੇ ਸਾਡੀ ਤੇ ਪ੍ਰਜੋਰ ਇਹ ਅਪੀਲ ਆ ਵੀ ਇਹਨੂੰ ਜਲਦੀ ਤੋਂ ਜਲਦੀ ਫਾਈਨਲ ਕਰਕੇ ਉਸ ਵੀਰ ਨੂੰ ਰਿਹਾ ਕੀਤਾ ਜਾਵੇ। ਇੱਕ ਸਵਾਲ ਹੈ ਜੀ, ਫੋਰਨ ਕੰਟਰੀ ਦੇ ਸ਼ਾਮਲ ਹੋਈਆਂ ਉਹ ਇਹ ਕਹਿ ਰਹੀਆਂ ਨੇ ਕਿ ਮੋਦੀ ਸਾਹਿਬ ਨੇ 84 ਦੇ ਜਿਹੜੇ ਕਲਪਰੇਟਸ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਈਆਂ, ਤੇ ਜਿਹੜੇ ਹਾਲੇ ਤੱਕ ਕੋਈ ਨਹੀਂ ਦਵਾ ਸਕਿਆ। ਹੋਰ ਵੀ ਕਈ ਜਿਹੜੀਆਂ ਸਿੱਖ ਜਿਹੜੀਆਂ ਉਹ ਵੇਦ ਦੇ ਵਿੱਚ ਜਿਹੜੇ ਫੈਸਲੇ ਲੈ ਗਏ ਨੇ, ਤਾਂ ਕਰਕੇ ਉਹਨਾਂ ਨੇ BJP ਜੁਆਇਨ ਕੀਤੀ। ਦੂਸਰੀ ਗੱਲ, ਵੀਰ ਬਾਲ ਦਿਵਸ ਜਿਹੜਾ ਕਿ ਅਨਾਉਂਸ ਕੀਤਾ ਮੋਦੀ ਸਾਹਿਬ ਵੱਲੋਂ, ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਜੀ ਬੜੀ ਵਧੀਆ ਹੋ ਗਈ ਹੈ, ਇੰਟਰਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਦੀ ਐਕਸੈਪਟੈਂਸ ਜਿਹੜੀ ਆ ਵਧਣੀ ਸ਼ੁਰੂ ਹੋ ਗਈ ਹੈ। ਦੋਵੇਂ ਗੱਲਾਂ ਦਾ ਇਹ ਅੱਜ ਦਾ ਮੁੱਦਾ ਨਹੀਂ ਆ ਜੀ। ਇਹ ਅੱਜ ਦਾ ਮੁੱਦਾ ਨਹੀਂ ਆ। ਤੇ ਗੱਲ ਇਹ ਸਪਸ਼ਟ ਆ ਕਿ ਇਹਨੂੰ ਅਸੀਂ ਸਾਰਿਆਂ ਨੂੰ ਗੁਰੂ ਦਾ ਵਰਤਾਰਾ ਸਮਝਦੇ ਆ, ਵਾਹਿਗੁਰੂ ਦਾ ਵਰਤਾਰਾ ਸਮਝਦੇ ਆ ਕਿ ਇਹਨਾਂ ਦਿਨਾਂ ਦੇ ਉੱਤੇ ਇਹ ਗੱਲਾਂ ਹੋਈਆਂ। ਉਹਦਾ ਪੋਲੀਟੀਕਲ ਮੰਤਵ ਹੋ ਸਕਦਾ, ਤੇ ਜਿਹੜੇ ਜਾ ਰਹੇ ਆ ਉਹਨਾਂ ਦਾ ਵੀ ਪੋਲੀਟੀਕਲ ਮੋਟਿਵ ਹੋ ਸਕਦਾ। ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡਾ ਨੁਕਤਾ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਜਿਹੜਾ ਸਟੇਟ ਰੂਲ ਆ, ਮੈਂ ਜਿਹੜਾ ਇਹ ਕਹਿੰਦਾ ਨਾ, ਕਾਨੂੰਨ ਵਿਰੁੱਧ ਵਰਤੋਂ ਕਰਕੇ ਸਜ਼ਾਏ ਮੌਤ ਸੁਣਾਈ ਗਈ, ਤੇ ਰਿਹਾਈ ਵੀ ਕਾਨੂੰਨ ਵਿਰੁੱਧ ਵਰਤੋਂ ਕਰਕੇ ਰਿਹਾਈ ਦੇ ਵਿੱਚ ਅੜਚਣਾ ਪਾਈ ਜਾ ਰਹੀਆਂ। ਸਟੇਟ ਰੂਲ ਕੀ ਆ? 14+6 ਟਾਡਾ ਐਕਟ ਦੇ ਵਿੱਚ 14 ਸਾਲ ਅਸਲ ਸਜ਼ਾ ਤੇ 6 ਸਾਲ ਉਸ ਦਰਮਿਆਨ ਜਿਹੜੀ ਆ ਸਰਕਾਰੀ ਮਾਫੀ ਮਿਲੀ ਹੋਣੀ ਚਾਹੀਦੀ ਆ, ਪਰ ਉਹ ਸਿੱਖਾਂ ਉੱਤੇ ਲਾਗੂ ਨਹੀਂ ਹੋ ਰਹੀ। ਨਾਲ ਹੀ ਇਹਦੇ ਨਾਲ ਅਸੀਂ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਦਾ ਮੁੱਦਾ ਤੇ ਆ ਕਿ ਤੁਰੰਤ ਉਹਦੀ ਰਿਹਾਈ ਦੇ ਵਿੱਚ ਕੋਈ ਅੜਚਣ ਹੀ ਨਹੀਂ ਆ। ਦੂਜੇ ਵੀ ਜਿੰਨੇ ਵੀ ਸਿੱਖ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਿਹੜੇ ਬੜੈਲ ਜੇਲ੍ਹ ਦੇ ਵਿੱਚ ਨੇ ਬੰਦ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਸਮੇਤ ਜਿਹੜੇ ਉਹ ਫਿਰ ਜਗਤਾਰ ਸਿੰਘ ਹਵਾਰਾ, ਉਧਰ ਬਲਵੰਤ ਸਿੰਘ ਰਾਜੂਆਣਾ, ਜੱਗੀ ਜੋਲ ਆ ਆਪਣਾ, ਤੇ ਬਾਕੀ ਜਿਹੜੇ ਹੋਰ ਵੀ ਜਿਨ੍ਹਾਂ ਨੂੰ ਚਾਹੇ ਹੁਣ ਇੱਕ ਸਿੱਖ ਹੋਣ ਦੇ ਨਾਤੇ ਹੀ ਜਿਹੜਾ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ, ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ, ਹੋਰ ਸਖਤ ਕਾਨੂੰਨਾਂ ਦੀ ਵਰਤੋਂ ਕਰਕੇ
ਉਹ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਸਿੱਖਾਂ ਵਿਰੁੱਧ ਬੰਦ ਕਰਨ ਤੇ ਫਿਰ ਇਹ ਅਹਿਸਾਸ ਹੁੰਦਾ ਵਾ ਕਿ ਇਹ ਜਿਹੜੀ ਆ ਕੇਂਦਰ ਸਰਕਾਰ ਹੈ ਸਿੱਖਾਂ ਦੀ ਹਮਦਰਦੀ। ਇਹ ਕੋਈ ਸਾਡਾ, ਇਹ ਤਾਂ ਸਾਡਾ ਰਾਈਟ ਆ, ਸਾਡਾ ਹੱਕ ਆ। ਸਾਡੇ ਤੇ ਉਹ ਕੋਈ ਅਹਿਸਾਨ ਨਹੀਂ ਕਰ ਰਹੇ ਰਿਹਾਈ ਕਰਨ ਦਾ, ਅਸੀਂ ਆਪਣਾ ਹੱਕ ਮੰਗਨੇ ਆ। ਜਦੋਂ ਦੂਜੇ ਜਿਹੜੇ ਕੈਦੀ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਹੋ ਜਾਂਦੀ ਆ, ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਕੋਹ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਲਾਵਾਰਸ ਤੇ ਅਣਪਛਾਤੀਆਂ ਲਾਸ਼ਾਂ ਬਣਾਤਾ। ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਸੀ, ਉਹ ਲਾਸ਼ਾਂ ਦੀ ਭਾਲ ਕਰਦਾ ਕਰਦਾ ਆਪ ਵੀ ਅਣਪਛਾਤੀ ਲਾਸ਼ ਉਹਨੂੰ ਵੀ ਬਣਾ ਦਿੱਤਾ ਗਿਆ। ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਵਾਸਤੇ ਤੁਰੰਤ ਜਿਹੜੀ ਆ ਸਰਕਾਰ ਜਿਹੜੀ ਆ ਉਹਨੂੰ ਰਾਈਟ ਆ, ਉਹਨਾਂ ਨੂੰ ਜਦੋਂ ਮਰਜ਼ੀ ਰਿਹਾ ਕਰ ਦੇ ਤੇ ਜਦੋਂ ਮਰਜ਼ੀ ਉਹਨਾਂ ਨੂੰ ਪਰੋਲ ਦੇ ਦੇ। ਤੇ ਸਾਡੇ ਵਾਸਤੇ ਪਰੋਲ ਦੀ ਵੀ ਅੜਚਣ। ਪ੍ਰੋਫੈਸਰ ਭੁੱਲਰ ਸਾਹਿਬ ਨੂੰ 2015 ਦੇ ਵਿੱਚ ਜਦੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ, 1994 ਤੋਂ ਅੰਦਰ ਤੇ 2015 ਦੇ ਵਿੱਚ ਉਹਨੂੰ ਪਰੋਲ ਦੇ ਉੱਤੇ ਜਾਣਾ ਸ਼ੁਰੂ ਕਰਤਾ। ਜਿਹੜਾ ਬੰਦਾ ਪਰੋਲ 'ਚ ਚੱਲ ਜਾਂਦਾ ਉਹਦੇ ਬਾਰੇ ਤੇ ਇਹ ਕਹਿ ਹੀ ਨਹੀਂ ਸਕਦੇ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਖਤਰਾ ਹੋ। ਜਿਹੜਾ ਬੰਦਾ ਇਨਸਾਨ 26 ਸਾਲ ਅੰਦਰ ਆ, ਮਤਲਬ ਕਿ ਫਲ ਦੇ ਨਾਲ ਹੀ ਸੰਤੁਸ਼ਟੀ ਹੈ, ਟਾਹਣੀਆਂ ਦੇ ਪੱਤਿਆਂ ਨਾਲ ਬਿਲਕੁਲ ਜੀ, ਸਾਨੂੰ ਰਿਹਾਈ ਚਾਹੀਦੀ ਆ। ਬਿਆਨਬਾਜ਼ੀ ਵਿੱਚ ਕੋਈ ਅਸੀਂ ਨਹੀਂ ਉਹ ਨਾ, ਸਾਡਾ ਕੋਈ ਸਿਆਸੀ ਮੋਟਿਵ ਨਹੀਂ ਅੱਜ ਦੀ ਇਹ ਕਾਨਫਰੰਸ ਦਾ। ਅਸੀਂ ਸਿਰਫ ਚਾਹੁੰਦੇ ਆ ਕਿ ਸਾਨੂੰ ਕੇਜਰੀਵਾਲ, ਮੈਂ ਦੁਬਾਰਾ ਫੇਰ ਨੁਕਤੇ ਸਪਸ਼ਟ ਕਰਦਿਆਂ, ਕੇਜਰੀਵਾਲ ਇਹ ਦੱਸੇ ਕਿ ਜਦੋਂ ਕੋਈ ਕਾਨੂੰਨੀ ਅੜਚਣ ਤੇ ਸੰਵਿਧਾਨਕ ਅੜਚਣ ਨਹੀਂ ਰਹੀ ਤੇ ਹੁਣ ਕੀ ਅੜਚਣ ਆ, ਕਿਉਂ ਫਾਈਲ ਜਿਹੜੀ ਆ ਉਹ ਤੇ ਸਾਈਨ ਨਹੀਂ ਕੀਤੇ ਜਾ ਰਹੇ, ਫਾਈਲ ਕਿੱਥੇ ਆ। ਨਾਲ ਹੀ ਇਹ ਦੱਸੇ ਕਿ ਜਦੋਂ ਤੇਰਾ ਅਧਿਕਾਰ ਖੇਤਰ ਹੀ ਨਹੀਂ ਸੁਪਰੀਮ ਕੋਰਟ 'ਚ ਪੈਂਡਿੰਗ ਸੀ, ਤੂੰ 3 ਵਾਰੀ ਉਹਦਾ ਨਕਸ਼ਾ ਕਿਸ ਕਾਨੂੰਨ ਦੇ ਤਹਿਤ ਰਿਜੈਕਟ ਕੀਤਾ ਤੇ ਰਿਜੈਕਟ ਕਰਨ ਤੋਂ ਬਾਅਦ ਉਹਦੀ ਇਨਫੋਰਮੇਸ਼ਨ ਜਿਹੜੀ ਆ ਨਾ ਜੇਲ੍ਹ ਅਥਾਰਟੀ ਨੂੰ ਦਿੱਤੀ, ਨਾ ਭੁੱਲਰ ਸਾਹਿਬ ਨੂੰ ਦਿੱਤੀ। ਮੁੱਖ ਦੀ ਗੱਲ ਕਰੋ ਜੀ, ਹੁਣ ਮੁੱਖ ਦੀ ਗੱਲ ਕੀ ਹੈ? ਮੁੱਖ ਦੀ ਗੱਲ ਤੇ ਇਹ ਹੀ ਆ ਕਿ ਅਸੀਂ 26 ਤਰੀਕ ਤੱਕ ਰਿਹਾਈ ਚਾਹੁੰਦੇ ਆ। ਜੇ ਨਹੀਂ ਰਿਹਾਈ ਹੁੰਦੀ ਤੇ ਪਹਿਲਾਂ ਜਿਹੜੇ ਕੇਜਰੀਵਾਲ ਦੀ ਪਾਰਟੀ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ, ਉਹਨਾਂ ਦੇ ਵਿਰੁੱਧ ਜਿਹੜੇ ਅਸੀਂ ਧਰਨੇ ਲਾਵਾਂਗੇ। ਸਮੁੱਚੇ ਜਗਤ ਨੂੰ ਅਪੀਲ ਆ, ਇਹ ਸਾਡੀ ਸਮੁੱਚੇ ਜਗਤ ਨੂੰ ਅਪੀਲ ਆ ਕਿ 26 ਤਰੀਕ ਤੱਕ ਜੇ ਕਾਰਵਾਈ ਨਹੀਂ ਹੁੰਦੀ ਤੇ ਤੁਸੀਂ ਸਾਰੇ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਦਾ ਇਹਨਾਂ ਵੱਡੇ ਲੈਵਲ ਤੇ ਬਾਈਕਾਟ ਕਰੋ ਵੀ ਇਹਨਾਂ ਨੂੰ ਮਜਬੂਰ ਕਰ ਦਈਏ ਰਿਹਾਈ ਵਾਸਤੇ। ਸਾਰੇ ਵਰਲਡ ਵਾਡੀ ਸਿਰਫ ਸਿੱਖ ਜਗਤ ਨੂੰ ਨਹੀਂ, ਅਸੀਂ ਮਨੁੱਖੀ ਅਧਿਕਾਰਾਂ ਦੇ ਲੰਬਰਦਾਰਾਂ ਨੂੰ, ਇਨਸਾਨੀਅਤ ਦੇ ਦਰਦਮੰਦਾਂ ਨੂੰ ਵੀ ਅਪੀਲ ਕਰਨਾ ਕਿ ਉਹ ਵੀ ਇਸ ਮੂਵ ਦੇ ਵਿੱਚ ਸ਼ਾਮਲ ਹੋਣ। ਇਹ ਫੈਸਲਾ ਕੱਲਾ ਸਾਡਾ ਨਹੀਂ, ਇਹ ਪੂਰੇ ਸਿੱਖ ਜਗਤ ਦੀ ਮੰਗ ਆ, ਉਹਦਾ ਅਧਿਕਾਰ ਆ ਕਿ ਇਹ ਰਿਹਾਈ ਉਹਦਾ ਅਧਿਕਾਰ ਬਣਦਾ। ਸਾਡੇ ਤੇ ਇਹਨਾਂ ਨੇ ਰਿਹਾ ਕਰਕੇ ਕੋਈ ਅਹਿਸਾਨ ਨਹੀਂ ਕਰਨਾ। ਹਾਂਜੀ ਬਿਲਕੁਲ ਮਨੁੱਖੀ ਅਧਿਕਾਰਾਂ ਦੀ ਵਾਇਓਲੇਸ਼ਨ ਹੋ ਰਹੀ ਆ। ਭੈਣ ਜੀ ਇੱਧਰ ਆ ਜਾਓ ਤੁਸੀਂ। ਭੈਣ ਜੀ ਹਾਂਜੀ, ਭੈਣ ਜੀ ਆ ਜਾਓ ਮੈਡਮ। ਇੱਕ ਅੜਚਣ ਆ ਰਹੀ ਹੈ ਪ੍ਰੋਫੈਸਰ ਜੋਗਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ, ਤੁਹਾਨੂੰ ਕੀ ਲੱਗਦਾ ਕਿ ਅੜਚਣਾਂ ਜਿਹੜੀਆਂ ਹੈਗੀਆਂ ਨੇ ਇਹ ਕਿੱਧਰੋਂ ਪੈਦਾ ਕੀਤੀਆਂ ਜਾ ਰਹੀਆਂ ਨੇ? ਜਿਹੜੀਆਂ ਅੜਚਣਾਂ ਕਿੱਦਾਂ ਖਤਮ ਹੋ ਸਕਦੀਆਂ ਨੇ? ਕਾਨੂੰਨੀ ਅੜਚਣ ਤਾਂ ਜਿਵੇਂ ਇਹਨਾਂ ਨੇ ਸਾਰਾ ਐਕਸਪਲੇਨ ਕਰਤਾ ਵੀ ਕੋਈ ਵੀ ਨਹੀਂ ਹੈਗੀ। ਹੁਣ ਪਤਾ ਨਹੀਂ ਉਹਨਾਂ ਦੀ ਸੋਚ ਕੀ ਆ, ਵੀ ਕੀ ਉਹ ਸੋਚਦੇ ਆ, ਜਾਂ ਇਲੈਕਸ਼ਨ ਕਰਕੇ ਦੇਖ ਰਹੇ ਆ ਜਾਂ ਕੀ ਦੇਖ ਰਹੇ ਆ। ਉਹਨਾਂ ਨੇ ਕਾਨੂੰਨੀ ਅੜਚਣਾਂ ਸਾਰੀਆਂ ਹੀ ਦੂਰ ਆ। ਸੁਪਰੀਮ ਕੋਰਟ ਦੀ ਬਿੱਟੇ ਵਾਲੀ ਪਟੀਸ਼ਨ ਵੀ ਡਿਸਮਿਸ ਆ ਤੇ ਕੋਈ ਕਾਨੂੰਨੀ ਅੜਚਣ ਹੈ ਨਹੀਂ ਗੀ। ਤੇ ਇਹੀ ਸਾਨੂੰ ਅਫਸੋਸ ਆ ਵੀ ਸਾਨੂੰ ਪਤਾ ਕਿਉਂ ਨਹੀਂ ਲੱਗ ਰਿਹਾ, ਫਿਰ ਵੀ ਸਾਨੂੰ ਇਨਸਾਫ ਅਜੇ ਮਿਲ ਨਹੀਂ ਰਿਹਾ। ਜਿਹੜੀ 26 ਦਾ ਪ੍ਰੋਗਰਾਮ ਦੇ ਰਹੇ ਨੇ ਕਿ 26 ਤੱਕ ਰਿਹਾਈ ਨਾ ਹੋਏ ਤੇ ਜਿਹੜੇ ਸਿੱਖ ਜਗਤ ਤੇ ਪੂਰਾ ਜਿਹੜਾ ਹੈਗਾ ਕਿ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਵਿਰੋਧ ਕਰੇਗੀ, ਕਿ ਤੁਹਾਨੂੰ ਇਹ ਜਾਇਜ਼ ਮੰਗ ਹੈ ਜਿਹੜੀ? ਪਰ ਮੈਂ ਚਾਹੁੰਦੀ ਆ ਵੀ ਸ਼ਾਂਤੀ ਰਹਿਣੀ ਚਾਹੀਦੀ ਹੈ। ਸ਼ਾਂਤੀ ਨਾਲ ਉਹ ਆਪਣੇ ਆਪ ਹੀ ਕਰ ਦੇਣ ਤੇ ਉਹ ਕਿਸੇ ਨੂੰ ਇਹੋ ਜਿਹਾ ਕੁਝ ਕਰਨਾ ਹੀ ਨਾ ਪਵੇ। ਸ਼ਾਂਤੀ, ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਮੇਰਾ ਕਿਸੇ ਨਾਲ ਨਹੀਂ ਹੈਗਾ। ਮੈਨੂੰ ਤਾਂ ਸਿਰਫ ਇਹੀ ਹੈਗਾ ਆ ਵੀ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਅੱਜ ਪੰਥਕ ਜਥੇਬੰਦੀਆਂ ਨੇ ਮੈਨੂੰ ਬੁਲਾਇਆ, ਮੈਂ ਤਾਂ ਵੈਸੇ ਬਹੁਤ ਅਵਾਇਡ ਕਰਦੀ ਆ ਵੀ ਚਲੋ ਸ਼ਾਂਤੀ ਨਾਲ ਕਾਨੂੰਨੀ ਤੌਰ ਤੇ ਆਪਣੇ ਆਪ ਸਾਰਾ ਕੁਝ ਹੋ ਜਾਵੇ। ਕਾਨੂੰਨੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ, ਰਿਹਾਈ ਜਿਹੜੀ ਹੈਗੀ ਆ ਵਾਕਈ ਪੌੜੀ ਤੈਅ ਹੋ ਚੁੱਕੀ ਹੈ, ਪਰ ਫਿਰ ਵੀ ਅੜਚਣ ਪੈਦਾ ਕੀਤੀ ਜਾ ਰਹੀ। ਕਿਹੜੀ ਅੜਚਣ ਹੈ ਜੀ? ਕੀ ਕਹਿੰਦੇ ਆਂਦੇ ਕਿ ਜਦੋਂ ਕਾਨੂੰਨੀ ਕੋਈ ਅੜਚਣ ਨਹੀਂ ਆ ਤੇ ਫਿਰ ਵੀ ਅੜਚਣ ਪੈਦਾ ਕਰ ਰਹੀ ਆ। ਇਹਦੇ 'ਚ ਕੌਣ ਦੋਸ਼ੀ ਆ? ਉਹਨਾਂ ਨੂੰ ਵੀ ਪਤਾ ਆ, ਜਿਹੜਾ ਕਿਉਂਕਿ ਸਟੇਟ ਦਿੱਲੀ ਸਟੇਟ ਦਾ ਕੇਸ ਹੋਣ ਕਰਕੇ ਸੀਐਮ ਦਿੱਲੀ ਨਹੀਂ ਕਰਨਾ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਹਾਂਜੀ, ਮੈਂ ਇਹੀ ਚਾਹੂੰਗੀ ਵੀ ਜਿਵੇਂ ਸ਼ੀਲਾ ਦੀਕਸ਼ਿਤ ਨੇ ਅੱਗੇ ਕੀਤੇ ਆ 2 ਕੇਸ, ਕੁੱਕੀ ਭਾਜੀ ਦਾ ਵੀ, ਖਹਿਰਾ ਭਾਜੀ ਦਾ ਵੀ, ਔਰ ਉਹਨਾਂ ਨੇ ਕੋਈ ਟਾਈਮ ਪੀਰੀਅਡ ਦੇਖੇ ਤੋਂ ਬਿਨਾਂ ਸਪੈਸ਼ਲ ਬੋਰਡ ਬਿਠਾ ਕੇ ਉਹਨਾਂ ਨੂੰ ਰਿਲੀਜ਼ ਕੀਤਾ ਸੀਗਾ। ਔਰ ਉਹ ਜਿਵੇਂ ਉਸ ਤੋਂ ਬਾਅਦ ਉਹ 2 ਵਾਰ ਸੀਐਮ ਵੀ ਬਣੇ ਆ। ਮੇਰੇ ਹਿਸਾਬ ਨਾਲ ਵੋਟਾਂ ਵਾਟਾਂ ਦਾ ਤਾਂ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ, ਸਗੋਂ ਉਹਨਾਂ ਨੂੰ ਤਾਂ ਆਪਣਾ ਦਿਖਾਉਣਾ ਚਾਹੀਦਾ ਆ। ਏਕਤਾ ਸਾਰਿਆਂ ਵਾਸਤੇ ਇੱਕੋ ਜਿਹਾ ਦਿਖਾਉਣਾ ਚਾਹੀਦਾ ਵੀ ਕਾਨੂੰਨੀ ਕੰਮ ਆ, ਉਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।
ਇੰਨਾ ਕੋ ਆਪਣਾ ਇਨੀਸ਼ੀਏਟਿਵ ਹੋਣ, ਉਹ ਇਹ ਨਾ ਸੋਚਣ ਨੈਗੇਟਿਵ ਵੀ ਮੈਨੂੰ ਕੋਈ ਵੋਟਾਂ 'ਚ ਕੋਈ ਅਸਰ ਪਊਗਾ। ਸਿੱਖ ਜਥੇਬੰਦੀਆਂ ਵੀ ਬੜੇ ਲੰਮੇ ਸਮੇਂ ਬਾਅਦ ਭੁੱਲਰ ਸਾਹਿਬ ਦੇ ਹੱਕ ਦੇ ਵਿੱਚ ਹੁਣ ਇਲੈਕਸ਼ਨ 'ਚ ਜਿੱਤੀਆਂ, ਪਹਿਲਾਂ ਤੇ ਇੰਨਾ ਜ਼ਿਆਦਾ ਲੰਮੇ ਸੰਘਰਸ਼ ਨਹੀਂ ਕੀਤਾ। ਇਹ ਮੈਂ ਦੱਸ ਦਿੰਦਾ। ਨਹੀਂ ਮੈਂ ਦੱਸਦੀ ਹਾਂ ਕੀ ਕਹਿ ਰਹੇ ਆ, ਮੈਨੂੰ ਸੁਣਿਆ ਨਹੀਂ। ਕਹਿੰਦੇ ਵੀ ਸਿੱਖ ਜਥੇਬੰਦੀਆਂ ਹੁਣ ਨਿੱਤਰੀਆਂ ਨੇ, ਪਹਿਲਾਂ ਕਿਉਂ ਨਹੀਂ? ਨਹੀਂ ਸ਼ੁਰੂ ਤੋਂ ਹੀ, ਜਦੋਂ ਤੋਂ ਇਹਨਾਂ ਦਾ ਹੋਇਆ ਨਾ ਕੇਸ 2001 ਚ ਸੈਸ਼ਨ ਤੋਂ ਵੀ, ਸੁਪਰੀਮ ਕੋਰਟ ਤੋਂ ਵੀ, ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਉਮਰ ਕੈਦ ਹੋਈ ਆ। ਜੇ ਇੰਟਰਨੈਸ਼ਨਲ ਲੈਵਲ ਤੇ ਵੀ ਬਾਹਰਲੇ NRIs ਤੋਂ ਵੀ, ਮੈਂ ਵੀ ਕੈਨੇਡਾ ਤੋਂ ਆ, ਇੰਡੀਆ 'ਚ ਵੀ ਇਕੱਲੇ ਪੰਜਾਬ ਨਹੀਂ, ਇੰਡੀਆ 'ਚ ਸਾਡਾ ਮੇਰਾ ਤਾਂ ਬਹੁਤ ਵਾਹ ਪਿਆ ਮੈਨੂੰ। ਦੂਜੇ ਮੀਡੀਆ ਨੇ ਵੀ ਬਹੁਤ ਜ਼ਿਆਦਾ ਸਾਨੂੰ ਉਹਨਾਂ ਨੇ ਸਪੋਰਟ ਕੀਤੀ। ਉਹਨਾਂ ਨੇ ਸਪੋਰਟ ਇਸ ਕਰਕੇ ਨਹੀਂ ਕੀਤੀ, ਉਹਨਾਂ ਨੇ ਦੇਖਿਆ ਵੀ ਵਾਕਈ ਧੱਕਾ ਹੋਇਆ, ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਸਰਕਾਰੀ ਵਕੀਲ ਸੀ ਉਹਨੇ ਵੀ ਰਿਟਾਇਰਮੈਂਟ ਤੋਂ ਬਾਅਦ ਸਟੇਟਮੈਂਟ ਦਿੱਤੀ ਸੀ ਕਿ ਭੁੱਲਰ ਸਾਹਿਬ ਤੇ ਕੇਸ ਨਹੀਂ ਸੀ ਬਣਦਾ, ਅਸੀਂ ਉਹਨਾਂ ਨੂੰ ਫਸਾਇਆ ਸੀ, ਕੇਸ ਬਣਾਇਆ ਗਿਆ ਸੀ। ਔਰ ਜਦੋਂ ਮੀਡੀਆ ਨੇ ਕਿਹਾ ਵੀ ਤੁਸੀਂ ਪਹਿਲਾਂ ਨਹੀਂ ਦੱਸਿਆ, ਉਹਨਾਂ ਨਾਂ ਸੀ ਅਨੂਪ ਚੌਧਰੀ। ਉਹਨਾਂ ਨੇ ਕਿਹਾ ਉਦੋਂ ਮੇਰੀ ਜੌਬ ਸੀ, ਮੈਂ ਬੋਲ ਨਹੀਂ ਸੀ ਸਕਦਾ, ਹੁਣ ਮੈਂ ਰਿਟਾਇਰ ਹਾਂ, ਹੁਣ ਮੈਂ ਕਹਿ ਸਕਦਾ। ਇਸ ਤੋਂ ਵੱਡਾ ਐਵੀਡੈਂਸ ਕੀ ਹੋ ਸਕਦਾ? ਇਹ ਦਾ ਹਿੰਦੂ ਪੇਪਰ ਦੇ ਵਿੱਚ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ। ਸਾਰੇ ਜਿਹੜਾ ਗਵਾਹ ਤੁਸੀਂ ਸਵਾਲ ਕੀਤਾ ਨਾ ਕਿ ਸਿੱਖ ਜਥੇਬੰਦੀਆਂ ਹੁਣ ਲੇਟ ਕਿਉਂ ਉੱਠੀਆਂ, ਹਾਂ, ਜਥੇਬੰਦੀਆਂ ਵੀ ਪਹਿਲਾਂ ਵੀ ਸੀ, ਹਿਊਮਨ ਰਾਈਟਸ, ਆਮ ਪਬਲਿਕ ਵੀ, ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਤੁਸੀਂ ਪੜ੍ਹਿਆ ਹੀ ਹੋਣਾ ਮੀਡੀਆ 'ਚ, ਬਹੁਤ ਜ਼ਿਆਦਾ ਉਹਨਾਂ ਨੇ ਸਭ ਨੇ। ਹੁਣ ਨਹੀਂ, ਕੀ ਅਪੀਲ ਹੈ ਜੀ? ਹੁਣ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਤਾਂ ਸਾਰੇ ਇਹੀ ਚਾਹੁੰਦੀ ਹਾਂ ਵੀ ਸ਼ਾਂਤੀ ਨਾਲ ਕਰੋ, ਕੋਈ ਇਹੋ ਜਿਹੀ ਗੱਲ ਨਹੀਂ। ਆਪਾਂ ਨੂੰ ਘਰਾਓ ਵੀ ਕਰਨੇ ਨਾ ਹੀ ਪੈਣ ਤਾਂ ਚੰਗੀ ਗੱਲ ਆ, ਤੇ ਪਹਿਲਾਂ ਹੀ ਆਪਣਾ ਕੰਮ ਹੋ ਜਾਵੇ, ਕਿਉਂਕਿ ਸਾਨੂੰ ਕੋਈ ਇਹੋ ਜਿਹਾ ਹੈ ਨਹੀਂ ਕਿ ਅਸੀਂ ਕੋਈ ਸ਼ਾਂਤੀ ਵਾਲਾ ਕੰਮ ਕਰੀਏ, ਕਿਸੇ ਨੂੰ ਪ੍ਰੋਬਲਮ ਹੋਵੇ, ਧਰਨੇ ਲੱਗਣ, ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਇਹਨਾਂ ਗੱਲਾਂ 'ਚ। ਸੋ ਸ਼ਾਂਤੀ ਨਾਲ ਹੋ ਜਾਏ, ਤੇ ਚਾਹੇ ਸਾਨੂੰ ਸੈਂਟਰ ਰਿਹਾਈ ਦੇ ਦੇਵੇ, ਚਾਹੇ ਸਾਨੂੰ ਕੇਜਰੀਵਾਲ ਸਰਕਾਰ ਰਿਹਾਈ ਦੇ ਦੇਵੇ, ਸਾਡਾ ਤਾਂ ਮਕਸਦ ਇਹ ਆ ਵੀ ਉਹ ਘਰ ਆਉਣੇ ਚਾਹੀਦੇ ਆ।